ਜੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ, ਜਿਹੜੀਆਂ ਮੌਜੂਦਾ ਪ੍ਰਸਥਿਤੀਆਂ ਕਲੇਸ਼ ਕਾਰਨ ਜਿਸ ਤਰ੍ਹਾਂ ਦਾ ਨਿਰਾਸ਼ਾ ਦਾ ਆਲਮ ਬਣਿਆ ਹੋਇਆ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਹੁਣ ਆਏ ਨੇ ਇਸ ਮੌਕੇ ਤੇ ਜਦੋਂ ਚੋਣਾਂ ਨੇੜੇ ਆ ਗਈਆਂ। ਚਾਹੀਦਾ ਤਾਂ ਲੋਕਾਂ ਨੂੰ ਮਿਲਣਾ, ਪਰ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਮਿਲਦੇ ਫਿਰਦੇ ਹੈ। ਕਾਂਗਰਸ ਦੀ ਇੱਕ ਆਦਤ ਹੈਗੀ ਹੈ ਕਿ ਆਪਣੇ ਕ੍ਰਾਈਸਿਸ ਜਿਹੜੇ ਨੇ ਉਹਨਾਂ ਨੂੰ ਲਟਕਾਉਣ ਦੀ ਮਾਹਰ ਹੈਗੀ ਹੈ, ਲਟਕਾਉਂਦੇ ਰਹਿੰਦੇ ਨੇ। ਰਾਹੁਲ ਗਾਂਧੀ ਦੇ ਨਾਲ ਸੁਖਪਾਲ ਖਹਿਰਾ ਦੀ ਮੁਲਾਕਾਤ, ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉਹ ਵੀ ਕਾਂਗਰਸ ਦੇ ਅੰਦਰ ਵਾਪਰ ਰਹੀਆਂ। ਪਰ ਕੀ ਲੱਗਦਾ ਹੈ ਕਿ ਇਹਨਾਂ परिस्थितियां ਦੇ ਅੰਦਰ ਕਾਂਗਰਸ ਇਹਨਾਂ ਚੁਣੌਤੀਆਂ ਚੋਂ ਬਾਹਰ ਆ ਸਕੇਗੀ? ਪਰ ਇਹ ਪੰਜਾਬ ਦਾ ਜਿਹੜਾ ਕ੍ਰਾਈਸਿਸ ਹੈਗਾ, ਪੰਜਾਬ ਤੋਂ ਸ਼ਿਕਾਇਤਾਂ ਕੰਪਲੇਂਟਾਂ ਸੀਐਮ ਦੇ ਖਿਲਾਫ ਪਿਛਲੇ 3-4 ਸਾਲ ਤੋਂ ਉੱਠ ਰਹੀਆਂ ਸੀ ਕਿ ਸੀਐਮ ਮਿਲ ਨਹੀਂ ਰਹੇ, ਐਮਐਲਏ ਦੀ ਪਰਵਾਹ ਨਹੀਂ ਕਰ ਰਹੇ, ਮਾਫੀਆ ਰਾਜ ਕੰਟੀਨਿਊ ਹੋ ਰਿਹਾ ਹੈ, ਅਕਾਲੀਜ਼ ਨੂੰ ਸਪੋਰਟ ਹੋ ਰਹੀ ਹੈ, ਅਕਾਲੀਜ਼ ਦੇ ਕੰਮ ਹੋ ਰਹੇ ਨੇ। ਇਹ ਜਿੰਨੀਆਂ ਵੀ ਅੱਜ ਤੱਕ ਲੈਜਿਸਲੇਟਿਵ ਪਾਰਟੀ ਦੀਆਂ ਮੀਟਿੰਗਾਂ ਹੋਈਆਂ, ਸਾਰਿਆਂ 'ਚ ਇਹ ਮੁੱਦੇ ਉੱਠਦੇ ਰਹੇ ਨੇ। ਹਾਈ ਕਮਾਂਡ ਕੋਲ ਵੀ ਲੋਕੀ ਲਿਖ ਕੇ ਭੇਜਦੇ ਰਹੇ ਨੇ, ਪਰ ਕਿਸੇ ਨੇ ਉਹਨਾਂ ਦਾ ਨੋਟਿਸ ਨਹੀਂ ਲਿਆ ਅੱਜ ਤੱਕ। ਉਹੋ ਜਿਹੀ ਸਥਿਤੀ ਦੇ ਅੰਦਰ ਪ੍ਰਸ਼ੀ, ਤੁਹਾਨੂੰ ਲੱਗਦਾ ਹੈ ਕਿ ਪਾਰਟੀ ਦੇ ਅੰਦਰ ਉਭਾਰ ਦੀ ਕਿੰਨੀ ਕੁ ਸੰਭਾਵਨਾ ਹੋ ਸਕਦੀ ਹੈ? ਕਿਹੋ ਜਿਹਾ ਮਾਹੌਲ ਬਣਿਆ ਹੋਇਆ? ਕੀ ਚੇਂਜਸ ਦੇ ਨਾਲ ਜਿਹੜੀ ਹੈਗੀ ਆ ਪਾਰਟੀ ਮੁੜ ਕੇ ਫੇਰ ਆਪਣੀ ਉਸੇ ਸ਼ਕਤੀ ਤੇ ਤਾਕਤ ਦੇ ਵਿੱਚ ਆ ਸਕਦੀ ਹੈ ਵਾਪਸ? ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਪੰਜਾਬ ਕਾਂਗਰਸ ਵਿੱਚ ਇਹ ਜਿਹੜਾ ਕ੍ਰਾਈਸਿਸ ਹੈ ਇਹ ਸੈਲਫ ਕ੍ਰੀਏਟਡ ਹੈ। ਕਿਤੇ ਬਾਹਰਲੀ ਤਾਕਤ ਨੇ ਆ ਕੇ, ਕਿਤੇ ਹੋਰ ਦੇ ਬੰਦੇ ਨੇ ਆ ਕੇ ਇਹਦੇ ਵਿੱਚ ਕ੍ਰੀਏਟ ਨਹੀਂ ਕੀਤਾ। ਇਹਨਾਂ ਨੇ ਆਪਸ ਵਿੱਚ ਲੜ ਕੇ ਜਿਹੜਾ ਨੇ ਇਹੋ ਜਿਹੇ ਹਾਲਾਤ ਬਣਾ ਲਏ ਆ। ਕੈਪਟਨ ਅਮਰਿੰਦਰ ਜਿਹੜਾ ਐਕਸੈਸਿਬਲ ਨਹੀਂ ਸੀ ਜਾਂ ਉਹਦੇ ਖਿਲਾਫ ਜਿਹੜੇ ਸ਼ਿਕਾਇਤਾਂ ਦਾ ਅੰਬਾਰ ਸੀ ਲੱਗਿਆ ਹੈ, ਉਹ ਕੋਈ ਨਵੀਂ ਗੱਲ ਨਹੀਂ, ਉਹ ਪਿਛਲੇ 4-450 ਚੱਲੀ ਆ ਰਹੀਆਂ। ਔਰ ਕੈਪਟਨ ਅਮਰਿੰਦਰ ਦੇ ਜਿਹੜੇ ਵਿਰੋਧੀ ਸੀ ਉਹ ਵੀ ਇਹ ਸਮਝਦੇ ਆ ਕਿ ਇਹੀ ਮੌਕਾ ਹੈ ਕਿ ਇਸ 'ਤੇ ਪ੍ਰੈਸ਼ਰ ਪਾ ਕੇ ਪਾਰਟੀ ਦੇ ਵਿੱਚ ਕੋਈ ਹੇਰਫੇਰ ਲਿਆਂਦੀ ਜਾਵੇ। ਇਹ ਉਸੇ ਕਰਕੇ ਇਹ ਸਾਰੀ ਮੁਹਿੰਮ ਸ਼ੁਰੂ ਹੋਈ ਹੈ। ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਸਾਰਾ ਮਲਬਾ ਜਿਹੜਾ ਹੈ ਕਾਂਗਰਸ ਹਾਈ ਕਮਾਂਡ ਦੇ ਦਰਬਾਰ 'ਚ ਦਿੱਲੀ ਪਹੁੰਚਣ ਤੋਂ ਬਾਅਦ ਵੀ ਇਹਦਾ ਕੋਈ ਇਮੀਡੀਏਟ ਸੋਲੂਸ਼ਨ ਨਜ਼ਰ ਨਹੀਂ ਆ ਰਿਹਾ। ਕਿਉਂਕਿ ਜਿਹੜੇ ਚਿਹਰਿਆਂ ਦੀ ਗੱਲ ਹੁੰਦੀ ਹੈ, ਨਵਜੋਤ ਸਿੱਧੂ ਦੀ ਗੱਲ ਹੁੰਦੀ ਹੈ, ਕੈਪਟਨ ਅਮਰਿੰਦਰ ਦੀ ਗੱਲ ਹੁੰਦੀ ਹੈ, ਦੂਜੇ ਚਿਹਰੇ ਹੈ। ਹੁਣ ਇੱਕ ਹੋਰ ਤੁਹਾਡਾ ਪੁਰਾਣਾ ਮਿੱਤਰ ਸੁਖਪਾਲ ਖਹਿਰਾ ਵੀ ਉਹ ਚਿਹਰਿਆਂ 'ਚ ਜਾ ਕੇ ਸ਼ਾਮਲ ਹੋ ਗਿਆ। ਪਰ ਜੋ ਪ੍ਰਸਥਿਤੀਆਂ ਇਸ ਵੇਲੇ ਬਣੀਆਂ ਹੋਈਆਂ, ਜਿੱਦਾਂ ਦੇ ਹਾਲਾਤ ਆ, ਉਹਦੇ 'ਚ ਲੱਗਦਾ ਕਿ ਕਾਂਗਰਸ ਜਿਹੜੀ ਹੈਗੀ ਹੈ ਪੰਜਾਬੀਆਂ ਦਾ ਭਰੋਸਾ ਕਾਇਮ ਰੱਖ ਸਕੇਗੀ ਜੋ ਇਸ ਵੇਲੇ ਸਥਿਤੀਆਂ ਬਣੀਆਂ ਕਾਂਗਰਸ ਦੇ ਅੰਦਰ? ਦੇਖੋ, ਇੱਕ ਗੱਲ ਤੇ ਸਾਫ਼ ਆ ਕਿ ਪਾਰਟੀਆਂ ਇੱਕ ਫੱਟਾ ਜ਼ਰੂਰ ਹੈਗਾ। ਜਿਸ ਤਰ੍ਹਾਂ ਹੱਥ ਦਾ ਚੋਣ ਨਿਸ਼ਾਨ ਲੈਣ ਲਈ ਪਾਰਟੀਆਂ 'ਚ ਲੋਕ ਵੱਟਦੇ ਜਾਂਦੇ ਆ, ਪਰ ਮਾਮਲੇ ਸਾਰੇ ਪਾਰਟੀ ਦੇ ਹਿੱਤ 'ਚ ਨਹੀਂ, ਜ਼ਿਆਦਾਤਰ ਆਪਣੇ ਹਿੱਤਾਂ ਨੂੰ ਕਿਵੇਂ ਅੱਗੇ ਤੋਰਨਾ ਉਹਦੀਆਂ ਲੜਾਈਆਂ ਲੜੀਆਂ ਜਾਂਦੀਆਂ। ਜਿਹੜਾ ਐਮਐਲਏ ਬਣਦਾ ਕਹਿੰਦਾ ਮੈਨੂੰ ਮਿਨਿਸਟਰ ਦੀਆਂ ਪਾਵਰਾਂ ਦੇ ਦਿਓ, ਜਿਹੜਾ ਮਿਨਿਸਟਰ ਕਹਿੰਦਾ ਮੈਨੂੰ ਚੀਫ ਮਿਨਿਸਟਰ ਦੀਆਂ ਦੇ ਦਿਓ। ਇਹ ਖਿੱਚੋ ਤਾਣ ਚੱਲੀ ਜਾਂਦੀ ਆ ਕਾਂਗਰਸ 'ਚ, ਖਾਸ ਕਰਕੇ ਹੈਗੀ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਅੱਜ ਆਪਾਂ ਦੋ ਵੱਡੇ ਮੁੱਦਿਆਂ ਤੇ ਡਿਬੇਟ 'ਚ ਸਵਾਲ ਜਵਾਬ ਲੈ ਰਹੇ ਹਾਂ। ਪਹਿਲਾ ਵੱਡਾ ਮੁੱਦਾ ਹੈ ਅਕਾਲੀ ਦਲ ਤੇ ਬਸਪਾ ਨੇ ਜਿਹੜਾ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਮਝੌਤਾ ਕੀਤਾ ਹੈ। ਖਾਸ ਤੌਰ ਤੇ ਜੇ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਤਾਂ ਕਿਹੋ ਜਿਹੀ ਰਾਜਸੀ ਖੇਡ ਖੇਡੀ ਹੈ, ਇਸ ਮੁੱਦੇ ਤੇ ਆਪਾਂ ਲਵਾਂਗੇ ਸਵਾਲ। ਇੰਜੀ ਦੂਜਾ ਵੱਡਾ ਜਿਹੜਾ ਮੁੱਦਾ ਹੈ ਉਹ ਹੈ ਪੰਜਾਬ ਦੀ ਹਾਕਮਦਰ ਕਾਂਗਰਸ ਪਾਰਟੀ, ਉਹਦਾ ਜਿਹੜਾ ਅੰਦਰੂਨੀ ਕਲੇਸ਼ ਹੈ, ਕਿਸ ਤਰ੍ਹਾਂ ਉਸ ਕਲੇਸ਼ ਨੇ ਪਾਰਟੀ ਨੂੰ ਜਿਹੜਾ ਨਿਰਾਸ਼ਤਾ ਦੇ ਆਲਮ ਦੇ ਵਿੱਚ ਸੁੱਟਿਆ ਹੈ। ਇਹ ਵੱਖਰੀ ਗੱਲ ਹੈ ਕਿ ਕਿਧਰੇ ਜਿਹੜਾ ਹੈਗਾ ਕੋਈ ਲਹਿਰ ਵੀ ਉੱਠ ਰਹੀ ਹੈ। ਮਿਸਾਲ ਵਜੋਂ ਸੁਖਪਾਲ ਖਹਿਰਾ ਅੱਜ ਦਿੱਲੀ 'ਚ ਰਾਹੁਲ ਗਾਂਧੀ ਨੂੰ ਮਿਲੇ ਹੈ, ਹਰੀਸ਼ ਰਾਵਤ ਤੇ ਹਰਿਆਣਾ ਦੇ ਨੇਤਾ ਸੁਰਜੇਵਾਲ ਉਹਨਾਂ ਦੇ ਨਾਲ ਸੀ। ਤੇ ਪਾਰਟੀ ਇਹ ਵੀ ਸੁਨੇਹਾ ਦਿੰਦੀ ਹੈ ਕਿ ਲੋਕ ਵੱਡੇ ਸਾਡੇ ਨਾਲ ਆ ਰਹੇ ਹੈ। ਪੰਜਾਬ ਦਾ ਇੱਕ ਹੋਰ ਜਿਹੜਾ ਵੱਡਾ ਸਵਾਲ ਜਿਹੜਾ ਰਾਜਸੀ ਤਰ੍ਹਾਂ ਤੋਂ ਇਲਾਵਾ ਬੁੱਧੀਜੀਵੀਆਂ ਤੇ ਆਮ ਲੋਕਾਂ 'ਚ ਵੀ ਚਰਚਾ 'ਚ ਹੈ, ਉਹ ਹੈ ਕਿ ਪੰਜਾਬ ਦੀਆਂ ਸਮੁੱਚੀਆਂ ਰਾਜਸੀ ਤਰ੍ਹਾਂ ਦੀ ਭਰੋਸੇਯੋਗਤਾ ਇਸ ਵੇਲੇ ਦਾਅ ਤੇ ਲੱਗੀ ਹੋਈ ਹੈ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਇਸ ਖਿੱਤੇ ਦੇ ਕਦਾਵਰ ਮਹਿਮਾਨ ਸੀਨੀਅਰ ਜਰਨਲਿਸਟ ਬੁੱਧੀਜੀਵੀ ਹਰਕਮਲਜੀਤ ਸਿੰਘ ਜੀ, ਏਸ ਪ੍ਰਾਸ਼ਰ ਪ੍ਰੋਫੈਸਰ ਮਨਜੀਤ ਸਿੰਘ, ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਮੇਰੀ ਬੇਨਤੀ ਪ੍ਰਵਾਨ ਕਰਕੇ ਜਿਹੜੇ ਚੈਨਲ ਤੇ ਆਏ ਆ, ਪੈਨਲ ਤੇ ਆਏ ਆ, ਉਹਨਾਂ ਨੂੰ ਜੀ ਆਖਦਾ, ਵੈਲਕਮ ਕਰਦਾ ਜੀ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ, ਜਿਹੜੀਆਂ ਮੌਜੂਦਾ ਪ੍ਰਸਥਿਤੀਆਂ ਕਲੇਸ਼ ਕਾਰਨ ਜਿਸ ਤਰ੍ਹਾਂ ਦਾ ਨਿਰਾਸ਼ਾ ਦਾ ਆਲਮ ਬਣਿਆ ਹੋਇਆ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਹੁਣ ਆਏ ਨੇ ਇਸ ਮੌਕੇ ਤੇ ਜਦੋਂ ਚੋਣਾਂ ਨੇੜੇ ਆ ਗਈਆਂ। ਚਾਹੀਦਾ ਤਾਂ ਲੋਕਾਂ ਨੂੰ ਮਿਲਣਾ, ਪਰ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਮਿਲਦੇ ਫਿਰਦੇ ਹੈ।
ਰਾਹੁਲ ਗਾਂਧੀ ਦੇ ਨਾਲ ਸੁਖਪਾਲ ਖਹਿਰਾ ਦੀ ਮੁਲਾਕਾਤ, ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੈ ਉਹ ਵੀ ਕਾਂਗਰਸ ਦੇ ਅੰਦਰ ਵਾਪਰ ਰਹੀਆਂ। ਪਰ ਕੀ ਲੱਗਦਾ ਹੈ ਕਿ ਇਹਨਾਂ परिस्थितियां ਦੇ ਅੰਦਰ ਕਾਂਗਰਸ ਇਹਨਾਂ ਚੁਣੌਤੀਆਂ ਚੋਂ ਬਾਹਰ ਆ ਸਕੇਗੀ? ਜਗਤਾਰ ਜੀ, ਗੱਲ ਇਹ ਹੈਗੀ ਹੈ ਕਿ ਕਾਂਗਰਸ ਦੀ ਇੱਕ ਆਦਤ ਹੈਗੀ ਹੈ ਕਿ ਆਪਣੇ ਕ੍ਰਾਈਸਿਸ ਜਿਹੜੇ ਨੇ ਉਹਨਾਂ ਨੂੰ ਲਟਕਾਉਣ ਦੀ ਮਾਹਰ ਹੈਗੀ ਹੈ, ਲਟਕਾਉਂਦੇ ਰਹਿੰਦੇ ਨੇ। ਪਰ ਇਹ ਪੰਜਾਬ ਦਾ ਜਿਹੜਾ ਕ੍ਰਾਈਸਿਸ ਹੈਗਾ, ਪੰਜਾਬ ਤੋਂ ਸ਼ਿਕਾਇਤਾਂ, ਕੰਪਲੇਂਟਾਂ ਸੀਐਮ ਦੇ ਖਿਲਾਫ ਪਿਛਲੇ 3-4 ਸਾਲ ਤੋਂ ਉੱਠ ਰਹੀਆਂ ਸੀ ਕਿ ਸੀਐਮ ਮਿਲ ਨਹੀਂ ਰਹੇ, ਐਮਐਲਏ ਦੀ ਪਰਵਾਹ ਨਹੀਂ ਕਰ ਰਹੇ, ਮਾਫੀਆ ਰਾਜ ਕੰਟੀਨਿਊ ਹੋ ਰਿਹਾ ਹੈ, ਅਕਾਲੀਜ਼ ਨੂੰ ਸਪੋਰਟ ਹੋ ਰਹੀ ਹੈ, ਅਕਾਲੀਜ਼ ਦੇ ਕੰਮ ਹੋ ਰਹੇ ਨੇ। ਇਹ ਜਿੰਨੀਆਂ ਵੀ ਅੱਜ ਤੱਕ ਲੈਜਿਸਲੇਟਿਵ ਪਾਰਟੀ ਦੀਆਂ ਮੀਟਿੰਗਾਂ ਹੋਈਆਂ, ਸਾਰਿਆਂ 'ਚ ਇਹ ਮੁੱਦੇ ਉੱਠਦੇ ਰਹੇ ਨੇ। ਹਾਈ ਕਮਾਂਡ ਕੋਲ ਵੀ ਲੋਕੀ ਲਿਖ ਕੇ ਭੇਜਦੇ ਰਹੇ ਨੇ, ਪਰ ਕਿਸੇ ਨੇ ਉਹਨਾਂ ਦਾ ਨੋਟਿਸ ਨਹੀਂ ਲਿਆ ਅੱਜ ਤੱਕ। ਜੀ। ਔਰ ਇੰਟਰਸਟਿੰਗ ਗੱਲ ਇਹ ਵੀ ਹੁਣ ਜਦੋਂ ਇਲੈਕਸ਼ਨ ਸਿਰ ਤੇ ਆ ਗਈ ਹੈ, 6-8 ਮਹੀਨੇ ਰਹਿ ਗਏ ਨੇ ਬਾਕੀ, ਹੁਣ ਹਾਈ ਕਮਾਂਡ ਹਰਕਤ ਚਾਹੀਏ ਔਰ ਉਹਨਾਂ ਨੇ ਨੋਟਿਸ ਲੈਣਾ ਸ਼ੁਰੂ ਕੀਤਾ ਹੈ। ਔਰ ਹੁਣ ਉਹ ਰਾਵਤ ਜੀ ਕਹਿ ਰਹੇ ਨੇ, ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ, ਹਰੀਸ਼ ਰਾਵਤ, ਕਿ ਜੀ ਅਸੀਂ ਇੱਕ ਸਰਵੇ ਵੀ ਕਰਾ ਰਹੇ ਹਾਂ ਪੰਜਾਬ ਬਾਰੇ, ਜਿਹਦਾ ਮੇਨ ਮੰਤਵ ਇਹ ਹੈਗਾ ਕਿ ਇਹ ਪਤਾ ਲੱਗ ਸਕੇ ਕਿ ਪੰਜਾਬ ਦੀ ਗਵਰਨਮੈਂਟ ਦੀ ਪਰਫਾਰਮੈਂਸ ਕੀ ਹੈ, ਪਾਰਟੀ ਦੀ ਪਰਫਾਰਮੈਂਸ ਕੀ ਹੈ, ਸੀਐਮ ਦੀ ਪਰਫਾਰਮੈਂਸ ਕੀ ਹੈ, ਪਪੂਲਰ ਚਿਹਰਾ ਕਿਹੜਾ ਪੰਜਾਬ 'ਚ ਹੈਗਾ। ਮਤਲਬ ਇਹ ਚੀਜ਼ਾਂ ਹੁਣ ਉਹਨਾਂ ਨੂੰ ਯਾਦ ਆ ਰਹੀਆਂ। ਸੋ ਮੈਨੂੰ ਇਹ ਲੱਗਦਾ ਹੈ ਕਿ ਦੇਖੋ, ਗੱਲ ਇਹ ਵੇ ਕਿ ਜਿਵੇਂ ਇਹ ਰੌਲਾ ਪੈ ਰਿਹਾ ਹੈ ਕਿ ਜੀ ਸੀਐਮ ਨੂੰ, ਨਵਜੋਤ ਸਿੱਧੂ ਨੂੰ ਬੁਲਾ ਕੇ ਇਕੱਠੇ ਕਰਨ ਦੀ ਗੱਲ ਕੀਤੀ ਜਾਏਗੀ, ਫਲਾਣੇ ਨੂੰ ਇਕੱਠਾ ਕੀਤਾ ਜਾਏਗਾ। ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਜਿੰਨੀ ਕੁੜਿੱਤਨ ਪੈਦਾ ਹੋ ਗਈ ਹੈ ਔਰ ਜਿਹੋ ਜਿਹੀਆਂ ਤ੍ਰੇੜਾਂ ਪੰਜਾਬ ਕਾਂਗਰਸ 'ਚ ਆ ਗਈਆਂ। ਦੇਖੋ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਪਬਲਿਕਲੀ ਇੰਟਰਵਿਊ ਦੇ ਕੇ ਇਹ ਗੱਲਾਂ ਕਹਿ ਦਿੱਤੀਆਂ ਕਿ ਮੇਰੇ ਦਰਵਾਜ਼ੇ ਨਵਜੋਤ ਸਿੰਘ ਸਿੱਧੂ ਲਈ ਬੰਦ ਨੇ, ਉਹ ਮੇਰੇ ਖਿਲਾਫ ਆ ਕੇ ਲੜ ਕੇ ਦੇਖ ਲਵੇ, ਮੈਂ ਉਹਦੀ ਜ਼ਮਾਨਤ ਜ਼ਬਤ ਕਰਾ ਦੂੰਗਾ, ਉਹਦੀ ਆਮ ਆਦਮੀ ਪਾਰਟੀ ਨਾਲ ਗੱਲ ਚੱਲ ਰਹੀ ਹੈਗੀ ਹੈ, ਮੈਨੂੰ ਪਤਾ ਹੈਗਾ ਜੋ ਜਿਸ ਢੰਗ ਦੇ ਉਹ ਐਲੀਗੇਸ਼ਨ ਲਾ ਸਕਦਾ ਸੀ ਲਾਤੇ। ਹੁਣ ਜਦੋਂ ਇਸ ਹੱਦ ਤੱਕ ਕੁੜਿੱਤਨ ਚਲੀ ਗਈ ਤੇ ਜੇ ਹਾਈ ਕਮਾਂਡ ਨੂੰ ਕਹੇ ਕਿ ਰਾਹੁਲ ਗਾਂਧੀ ਮੈਂ ਦੋਨਾਂ ਨੂੰ ਬਿਠਾ ਕੇ ਉਹਨਾਂ ਦਾ ਕੋਈ ਸਮਝੌਤਾ ਕਰਾ ਦਿਆਂਗਾ ਆਪਸ 'ਚ, ਮੈਨੂੰ ਨਹੀਂ ਸਮਝ ਪੈਂਦੀ ਕਿ ਉਸ ਤੋਂ ਬਾਅਦ ਕੀ ਸਮਝੌਤਾ ਉਹਨਾਂ ਦਾ ਆਪਸ 'ਚ ਹੋ ਸਕਦਾ। ਜਦੋਂ ਸੀਐਮ ਆਪਣੇ 6 ਮੰਤਰੀਆਂ ਦੇ ਖਿਲਾਫ, ਕੋਈ 20-25 ਐਮਐਲਏ ਦੇ ਖਿਲਾਫ ਡੋਜ਼ੀਅਰ ਬਣਾ ਕੇ ਲੈ ਗਿਆ ਇੱਥੋਂ ਕਿ ਜੀ ਫਲਾਣੇ ਨੇ ਰੇਤ ਵੇਚੀ, ਫਲਾਣੇ ਨੇ ਬਜਰੀ ਵੇਚੀ, ਫਲਾਣੇ ਨੇ ਨਾਈਟ ਕਲੱਬ ਨਜਾਇਜ਼ ਚਲਾਇਆ, ਫਲਾਣੇ ਨੇ ਇਹ ਕੀਤਾ, ਫਲਾਣੇ ਦਾ ਕਬਜ਼ੇ ਦਾ ਫਲਾਣਾ ਕੇਸ ਹੈਗਾ। ਹੁਣ ਜਦੋਂ ਤੁਸੀਂ ਸਾਰਿਆਂ ਦੇ ਖਿਲਾਫ ਡੋਜ਼ੀਅਰ ਜਾ ਕੇ ਪਾਰਟੀ ਹਾਈ ਕਮਾਂਡ ਨੂੰ ਤੁਸੀਂ ਦੇ ਆਏ ਹੋ ਔਰ ਹਰੇਕ ਮੰਤਰੀ ਨੂੰ, ਹਰੇਕ ਐਮਐਲਏ ਨੂੰ ਪਤਾ ਹੈ ਕਿ ਮੇਰੇ ਖਿਲਾਫ ਕੀ ਦਿੱਤਾ ਗਿਆ, ਉਹ ਕਾਪੀ ਚੁੱਕ ਕੇ ਤੁਰੇ ਫਿਰਦੇ ਨੇ ਉਹਦੀ। ਮੈਨੂੰ ਦੱਸੋ ਕਿ ਜਿਨ੍ਹਾਂ ਲੋਕਾਂ ਦੇ ਖਿਲਾਫ ਸੀਐਮ ਨੇ ਇਹੋ ਜਿਹੀ ਦੂਸ਼ਣਬਾਜ਼ੀ ਕੀਤੀ, ਐਲੀਗੇਸ਼ਨ ਲਾਏ, ਉਹ ਹੁਣ ਕਿਵੇਂ ਸੀਐਮ ਦੇ ਨਾਲ ਹੋ ਜਾਣਗੇ, ਕਿਵੇਂ ਸੀਐਮ ਦੇ ਨਾਲ ਚੱਲ ਪੈਣਗੇ? ਸੋ ਮੈਨੂੰ ਲੱਗਦਾ ਕਿ ਪਾਰਟੀ 'ਚ ਇਹ ਜਿਹੜੀ ਖਾਨਾ ਜੰਗੀ ਇਸ ਹੱਦ ਤੱਕ ਚਲੀ ਗਈ ਹੈ, ਕੁੜਿੱਤਨ ਇਸ ਹੱਦ ਤੱਕ ਚਲੀ ਗਈ ਹੈ ਕਿ ਉਹਨੂੰ ਜੇ ਕੋਈ ਇਹ ਸੋਚੇ ਕਿ ਅਸੀਂ ਉਸ ਕੁੜਿੱਤਨ ਨੂੰ ਬਿਲਕੁਲ ਖਤਮ ਕਰਕੇ ਤੇ ਕਾਂਗਰਸ ਦਾ ਅਸੀਂ ਇੱਕ ਕਿਸਮ ਦਾ ਸਾਰੀ ਕੁੜਿੱਤਨ ਨੂੰ ਅਸੀਂ ਮੁਕਾ ਕੇ ਸ਼ਰਬਤ ਬਣਾ ਦੇਵਾਂਗੇ, ਦੇਖੋ ਉਹ ਗੱਲ ਤੇ ਹੁਣ ਹੋਣ ਵਾਲੀ ਨਹੀਂ। ਇਹ ਜਿਹੜੀਆਂ ਆਪਸ 'ਚ ਦੁਸ਼ਮਣੀਆਂ ਪੈ ਗਈਆਂ, ਇਹ ਜਿਹੜੀਆਂ ਆਪਸ 'ਚ ਇਖਤਲਾਫ ਪੈਦਾ ਹੋ ਗਏ ਨੇ, ਇੱਕ ਨਾ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਕੋਈ ਭੁੱਲਣ ਵਾਲੇ ਨੇ ਔਰ ਨਾ ਹੀ ਬਾਕੀ ਲੋਕ ਭੁੱਲਣ ਵਾਲੇ ਨੇ। ਔਰ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਨੈਕਸਟ ਇਲੈਕਸ਼ਨ 'ਚ ਇਹਦਾ ਤੁਹਾਨੂੰ ਨਤੀਜਾ ਸਾਹਮਣੇ ਮਿਲੇਗਾ, ਕਾਂਗਰਸ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਏਗਾ। ਲੋਕੀ ਇੱਕ ਦੂਜੇ ਨੂੰ ਖਰਾਬ ਕਰਨਗੇ, ਇੱਕ ਦੂਜੇ ਦੀਆਂ ਟਿਕਟਾਂ ਕੱਟਣ ਦੀ ਕੋਸ਼ਿਸ਼ ਕਰਨਗੇ, ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ। ਕਾਂਗਰਸ ਲਈ ਮੈਨੂੰ ਨਜ਼ਰ ਆ ਰਿਹਾ ਕਿ ਜੇ ਇਸ ਢੰਗ ਨਾਲ ਚੱਲੇ ਔਰ ਪਾਰਟੀ ਹਾਈ ਕਮਾਂਡ ਵੀ ਇਹੋ ਜਿਹਾ ਢਿੱਲਾ ਰੁਖ ਰੱਖਿਆ ਔਰ ਉਹ ਪਾਰਟੀ ਨੂੰ ਇਕਮੁੱਠ ਨਾ ਕਰ ਸਕੇ, ਤੇ ਤੁਸੀਂ ਇਹ ਸਮਝ ਸਕਦੇ ਹੋ ਕਿ ਆਉਣ ਵਾਲਾ ਜਿਹੜਾ ਕਾਂਗਰਸ ਦਾ ਭਵਿੱਖ ਬਹੁਤਾ ਚੰਗਾ ਨਹੀਂ ਹੋਏਗਾ। ਓਕੇ ਪ੍ਰਾਸ਼ੀ ਜੀ, ਜਿਸ ਮੁੱਦੇ ਤੇ ਹਰਕਮਲ ਜੀ ਨੇ ਕਮੈਂਟਸ ਕੀਤੇ ਹੈ, ਬਿਲਕੁਲ ਜਿਹੜਾ ਗੱਲ ਆਪਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਦਾ ਨਿਰਾਸ਼ਤਾ ਦਾ ਆਲਮ, ਕਿਉਂ ਹੈ ਨਿਰਾਸ਼ਤਾ ਦਾ ਆਲਮ? ਉਹਦੇ ਬਾਰੇ ਬਹੁਤ ਸਾਰੇ ਮਾਮਲੇ ਜਿਨ੍ਹਾਂ ਕਰਕੇ ਕਾਂਗਰਸ ਨਿਰਾਸ਼ਤਾ 'ਚ ਇਸ ਵੇਲੇ ਡੁੱਬੀ ਵੀ ਹੈ। ਸੀਨੀਅਰ ਕਾਂਗਰਸੀ ਆਗੂ ਕੀ ਕਹਿ ਰਹੇ, ਵਰਕਰ ਕੀ ਰਹੇ। ਇਹੋ ਜਿਹੀ ਸਥਿਤੀ ਦੇ ਅੰਦਰ ਪ੍ਰਾਸ਼ੀ ਜੀ, ਤੁਹਾਨੂੰ ਲੱਗਦਾ ਹੈ ਕਿ ਪਾਰਟੀ ਦੇ ਅੰਦਰ ਉਭਾਰ ਦੀ ਕਿੰਨੀ ਕੁ ਸੰਭਾਵਨਾ ਹੋ ਸਕਦੀ ਹੈ? ਕਿਹੋ ਜਿਹਾ ਮਾਹੌਲ ਬਣਿਆ ਹੋਇਆ? ਕੀ ਚੇਂਜਸ ਦੇ ਨਾਲ ਜਿਹੜੀ ਹੈਗੀ ਆ ਪਾਰਟੀ ਮੁੜ ਕੇ ਫੇਰ ਆਪਣੀ ਉਸੇ ਸ਼ਕਤੀ ਤੇ ਤਾਕਤ ਦੇ ਵਿੱਚ ਆ ਸਕਦੀ ਹੈ ਵਾਪਸ?
ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਪੰਜਾਬ ਕਾਂਗਰਸ ਵਿੱਚ ਇਹ ਜਿਹੜਾ ਕ੍ਰਾਈਸਿਸ ਹੈ ਇਹ ਸੈਲਫ ਕ੍ਰੀਏਟਡ ਹੈ। ਕਿਸੇ ਬਾਹਰਲੀ ਤਾਕਤ ਨੇ ਆ ਕੇ, ਕਿਸੇ ਹੋਰ ਨੇ ਬੰਦੇ ਨੇ ਆ ਕੇ ਇਹਦੇ ਵਿੱਚ ਕ੍ਰੀਏਟ ਨਹੀਂ ਕੀਤਾ। ਇਹਨਾਂ ਨੇ ਆਪਸ ਵਿੱਚ ਲੜ ਲੜ ਕੇ ਜਿਹੜਾ ਨੇ ਇਹੋ ਜਿਹੇ ਹਾਲਾਤ ਬਣਾ ਲਏ ਹੈ। ਔਰ ਮੈਂ ਜੀ। ਸਮਝਦਾ ਹਾਂ ਕਿ ਜਿਹੜਾ ਕੈਪਟਨ ਅਮਰਿੰਦਰ ਜਿਹੜਾ ਐਕਸੈਸਿਬਲ ਨਹੀਂ ਸੀ ਜਾਂ ਉਹਦੇ ਖਿਲਾਫ ਜਿਹੜੇ ਸ਼ਿਕਾਇਤਾਂ ਦਾ ਅੰਬਾਰ ਸੀ ਲੱਗਿਆ ਹੈ, ਉਹ ਕੋਈ ਨਵੀਂ ਗੱਲ ਨਹੀਂ, ਉਹ ਪਿਛਲੇ 4-450 ਤੋਂ ਚੱਲੀ ਆ ਰਹੀ ਹੈ। ਲੇਕਿਨ ਹੁਣ ਕਿਉਂਕਿ ਇਲੈਕਸ਼ਨ ਸਿਰ ਤੇ ਆ ਗਏ ਹੈ ਔਰ ਕੈਪਟਨ ਅਮਰਿੰਦਰ ਦੇ ਜਿਹੜੇ ਵਿਰੋਧੀ ਸੀ ਉਹ ਵੀ ਇਹ ਸਮਝਦੇ ਹੈ ਕਿ ਇਹੀ ਮੌਕਾ ਹੈ ਕਿ ਇਸ 'ਤੇ ਪ੍ਰੈਸ਼ਰ ਪਾ ਕੇ ਪਾਰਟੀ ਦੇ ਵਿੱਚ ਕੋਈ ਹੇਰਫੇਰ ਲਿਆਂਦੀ ਜਾਵੇ। ਇਹ ਉਸੇ ਕਰਕੇ ਇਹ ਸਾਰੀ ਮੁਹਿੰਮ ਸ਼ੁਰੂ ਹੋਈ ਹੈ। ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਸਾਰਾ ਮਲਬਾ ਜਿਹੜਾ ਹੈ ਕਾਂਗਰਸ ਹਾਈ ਕਮਾਂਡ ਦੇ ਦਰਬਾਰ 'ਚ ਦਿੱਲੀ ਪਹੁੰਚਣ ਤੋਂ ਬਾਅਦ ਵੀ ਇਹਦਾ ਕੋਈ ਇਮੀਡੀਏਟ ਸੋਲੂਸ਼ਨ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇਹ ਸਾਰਾ ਕੁਛ ਹੁਣ ਇਹ ਦੇਖਿਆ ਜਾਏ, ਚਾਹੇ ਸ਼ਮਸ਼ੇਰ ਸਿੰਘ ਢਿੱਲੋਂ ਹੈ, ਚਾਹੇ ਉਹ ਪ੍ਰਤਾਪ ਬਾਜਵਾ ਹੈ, ਚਾਹੇ ਉਹ ਚਰਨਜੀਤ ਚੰਨੀ ਹੈ ਜਾਂ ਬਾਕੀ ਦੋਸਤ ਹੈ, ਉਹ ਸਾਰੇ ਜਿਹੜੀ ਆਪਣੀ ਬੰਦੂਕ ਜਿਹੜੀ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਮੋਢੇ 'ਤੇ ਰੱਖ ਕੇ ਚਲਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ 'ਤੇ। ਉਹ ਇਹ ਕਹਿ ਰਹੇ ਹੈ ਜੀ ਕਿ ਦੇਖੋ ਇਹ ਪੋਪੂਲਰ ਬੰਦਾ ਹੈ, ਉਹ ਪੋਪੂਲਰਲੀ ਨਾਲ ਇਹ ਵੀ ਨਹੀਂ ਕਹਿ ਰਹੇ ਕਿ ਕੈਪਟਨ ਅਮਰਿੰਦਰ ਨੂੰ ਲਾ ਦਿਓ। ਇਹ ਈਵਨ ਕਾਂਗਰਸ ਹਾਈ ਕਮਾਂਡ ਨੇ ਵੀ ਕੰਸੀਡ ਕੀਤਾ ਹੈ ਕਿ ਸਾਡੇ ਕੋਲ ਜਿਹੜਾ 100-150 MLA MP ਜਾਂ ਬਾਕੀ ਜਿਹੜੇ ਬੰਦੇ ਆ ਕੇ ਮਿਲ ਕੇ ਗਏ ਹੈ, ਉਹਨਾਂ ਨੇ ਕਿਸੇ ਨੇ ਇਹ ਨਹੀਂ ਡਿਮਾਂਡ ਕੀਤਾ ਕਿ ਕੈਪਟਨ ਅਮਰਿੰਦਰ ਨੂੰ ਲਾ ਦਿਓ ਤੇ ਸਾਨੂੰ ਲਾ ਦਿਓ। ਉਹ ਇਹ ਕਹਿੰਦੇ ਹੈ ਕਿ ਜਿਹੜੇ ਬੰਦੇ ਜਿਹੜੇ ਬਾਕੀ ਹੈਗੇ ਆ, ਜਾਂ ਇਹ ਨਵਜੋਤ ਸਿੱਧੂ ਹੈ ਜਾਂ ਹੋਰ ਹੈ, ਉਹਨਾਂ ਨੂੰ ਉਹਨਾਂ ਦੀ ਇਹ ਜਿਹੜੇ ਬਣਦਾ ਸਥਾਨ ਹੈ ਉਹ ਉਹਨਾਂ ਨੂੰ ਉੱਥੇ ਦਿੱਤਾ ਜਾਏ। ਤਾਂ ਇਹਦੇ ਵਿੱਚ ਹੁਣ ਜਿਹੜੀ ਮੇਨ ਚੀਜ਼ ਜਿਹੜੀ ਆਪਾਂ ਦੇਖਣ 'ਚ ਆ ਰਹੀ ਆ ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਕਹਿੰਦਾ ਹੈ ਕਿ ਮੈਨੂੰ ਤਾਂ ਜੀ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਓ, ਜਿਹੜਾ ਕਿ ਕੈਪਟਨ ਅਮਰਿੰਦਰ ਜਾਂ ਹੋਰ ਪਾਰਟੀ ਦੇ ਹੋਰ ਕਈ ਬੰਦੇ ਜਿਹੜੇ ਪੁਰਾਣੇ ਆ ਟਕਸਾਲੀ ਕਾਂਗਰਸੀ ਕਹਿੰਦੇ ਆਪਣੇ ਆਪ ਨੂੰ, ਉਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਜੇ ਇਹ ਬੰਦਾ 4 ਸਾਲ ਪਹਿਲੇ ਜਿਹੜਾ ਕਾਂਗਰਸ ਪਾਰਟੀ 'ਚ ਆਇਆ ਔਰ ਜੇ ਇਹਦੀ ਬੈਕਗਰਾਊਂਡ ਦੇਖੀ ਜਾਓ, ਪਹਿਲੇ ਬੀਜੇਪੀ ਦੇ ਵਿੱਚ ਕਦੀ ਫਿਰ ਆਪ ਦੇ ਨਾਲ ਆ ਕੇ ਅੱਖ ਮੁਟੱਕਾ, ਫਿਰ ਆਪਣੀ ਪਾਰਟੀ ਬਣਾ ਲਈ, ਫਿਰ ਸਾਰੀ ਜਗ੍ਹਾ ਜਿਹੜੇ ਹਾਰ ਕੇ ਆ ਗਏ ਤਾਂ ਫਿਰ ਕਾਂਗਰਸ ਆਏ, ਹੁਣ ਕੋ ਮੈਨੂੰ ਪ੍ਰਧਾਨ ਬਣਾ ਦਿਓ, ਤਾਂ ਉਹ ਕੰਸੀਡ ਕਰਨ ਨੂੰ ਤਿਆਰ ਨਹੀਂ ਹੈ। ਇਹੀ ਦੁਵਿਧਾ ਜਿਹੜੀ ਹੈ ਉਹ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਹੈ, ਤਾਂ ਕਰੀਏ ਤਾਂ ਨਹੀਂ ਕਰੀਏ। ਅੱਛਾ, ਆਪਾਂ ਸਾਰਿਆਂ ਨੇ ਅੱਜ ਇਹ ਅਖਬਾਰਾਂ ਦੇ ਵਿੱਚ ਉਹ ਕਮੈਂਟ ਵੀ ਪੜ੍ਹਿਆ ਹੋਣਾ ਹਰੀਸ਼ ਰਾਵਤ ਦਾ ਕਿ ਅਸੀਂ ਇਹ ਜਿਹੜਾ ਸੰਕਟ ਹੈ ਇਹਦਾ ਹੱਲ ਲੱਭਣ ਲਈ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਇੱਕ ਪ੍ਰੋਬਲਮ ਜਿਹੜੀ ਹੈ ਉਹ ਇਹ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਉਹ ਇੱਕ ਬੜਾ ਹੀ ਇਮੋਸ਼ਨਲ ਬੰਦਾ ਹੈ ਔਰ ਇਮੋਸ਼ਨਲ ਬੰਦੇ ਨੂੰ ਸਾਂਭਣਾ ਬੜਾ ਮੁਸ਼ਕਿਲ ਹੈ। ਉਹ ਆਪਾਂ ਇੱਕੋ ਹੀ ਗੱਲ ਤੇ ਅੜਾ ਕਿ ਮੈਨੂੰ ਪ੍ਰਧਾਨ ਬਣਾਓ, ਨਹੀਂ ਤਾਂ ਇਹ ਹੋ ਜਾਏਗਾ, ਨਹੀਂ ਤਾਂ ਉਹ ਹੋ ਜਾਏਗਾ। ਉਹ ਦੂਜੇ ਪਾਸੇ ਜਿਹੜੇ ਕੈਪਟਨ ਅਮਰਿੰਦਰ ਹੈ ਉਹ ਉਸ ਗੱਲ ਤੇ ਅੜੇ ਹੋਏ ਕਿ ਉਹ ਬਣਨਾ ਨਹੀਂ ਚਾਹੀਦਾ। ਇਸੀ ਗੱਲ ਨੂੰ ਲੈ ਕੇ ਰੇੜਕਾ ਚੱਲ ਰਿਹਾ ਔਰ ਪੰਜਾਬ ਦੇ ਲੋਕ ਇਹ ਦੇਖ ਰਹੇ ਹੈ। ਲੇਕਿਨ ਇਹਦੇ ਨਾਲ ਹੀ ਇਹ ਸਿੱਧੂ ਸਾਹਿਬ, ਤੁਹਾਡਾ ਮੈਂ ਧਿਆਨ ਜਿਹੜੇ ਪੰਜਾਬ ਦੀ ਜਿਹੜੀ ਜ਼ਮੀਨੀ ਹਕੀਕਤ ਹੈ ਉਹਦੇ ਵੱਲ ਵੀ ਇਹਨੂੰ ਦੇਣਾ ਚਾਹੁੰਦਾ ਹੈ ਕਿ ਇਸ ਵੇਲੇ ਸਿਰਫ ਕਾਂਗਰਸ ਪਾਰਟੀ ਹੀ ਹੈ ਜਿਹੜੀ ਕਿ ਇੱਕ ਸਟੇਬਲ ਜਿਹੜੀ ਹੈ, ਬਾਕੀ ਪਾਰਟੀਆਂ ਦੇ ਮੁਕਾਬਲੇ ਦੇ ਵਿੱਚ ਸਟੇਬਲ ਨਜ਼ਰ ਆ ਰਹੀ ਹੈ। ਅਕਾਲੀ ਦਲ ਨੂੰ ਦੇਖੀਏ ਤਾਂ ਬਸਪਾ ਨਾਲ ਪੀਆਂ ਪਾ ਕੇ ਕੋਈ ਆਪਣੀ ਚਾਹੁੰਦੀ ਹੈ। ਜੀ ਬਰਾਸ਼ੀ ਜੀ, ਅਕਾਲੀ ਦਲ ਤੇ ਬਸਪਾ ਦੇ ਮੁੱਦੇ ਤੇ ਆਪਾਂ ਫਿਰ ਇਸ ਮੁੱਦੇ ਤੇ ਆਵਾਂਗੇ। ਬਿਲਕੁਲ ਇੱਕ ਅਹਿਮ ਮਾਮਲਾ ਹੈਗਾ, ਪਰ ਤੁਸੀਂ ਕਾਂਗਰਸ ਦੇ ਮੁੱਦੇ ਤੇ ਪਲੀਜ਼ ਆਪਣਾ ਕਮੈਂਟ ਕਰ ਰਹੇ ਸੀ, ਆਪਣੀ ਗੱਲ ਮੁਕੰਮਲ ਕਰਿਓ। ਮੈਂ ਬਾਕੀ ਜਿਹੜੀ ਪਾਰਟੀ ਦੀ ਹਕੀਕਤ ਥੋੜੀ ਜਿਹੀ ਦੇਖ ਰਿਹਾ ਸੀ ਕਿ ਆਮ ਆਦਮੀ ਪਾਰਟੀ ਵੀ ਬੈਕਫੁੱਟ ਤੇ ਹੈ, ਅਕਾਲੀ ਦਲ ਵੀ ਜਿਹੜਾ ਹੈ ਉਹਦੀ ਜ਼ਮੀਨ ਹਲੇ ਜਿਹੜੀ ਹੈ ਜੇ ਪੈਰਾਂ ਤੇ ਲੱਗੀ ਨਹੀਂ, ਔਰ ਬਾਕੀ BSP ਹੈ ਉਹਦੀ ਆਪਾਂ ਸਾਰੇ ਜਾਣਦੇ ਹਾਂ ਹਾਲੇ ਤੱਕ ਕੀ ਇਹਦੇ ਵਿੱਚ ਹੈਗੀ ਹੈ। ਤਾਂ ਮੈਂ ਸਮਝਦਾ ਕਿ ਸਾਰੀ ਪਾਰਟੀਆਂ ਹਲੇ ਵੀ ਕਾਂਗਰਸ ਪਾਰਟੀ ਨੂੰ ਚੈਲੰਜ ਕਰਨ ਦੀ ਪੋਜੀਸ਼ਨ ਵਿੱਚ ਨਹੀਂ ਆਈਆਂ, ਲੇਕਿਨ ਕਾਂਗਰਸ ਪਾਰਟੀ ਨੂੰ ਸਭ ਤੋਂ ਪਹਿਲੇ ਆਪਣਾ ਘਰ ਸਾਹਮਣਾ ਪਏਗਾ ਔਰ ਇਹ ਜਿਹੜਾ ਕ੍ਰਾਈਸਿਸ ਇੰਨੀ ਦੇਰ ਤੋਂ ਲਟਕਦਾ ਚਲਾ ਆ ਰਿਹਾ ਹੈ ਉਹਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਪਏਗਾ ਤਾਂ ਕਿ ਇਲੈਕਸ਼ਨ ਹੁਣ ਸਿਰ ਤੇ ਆ ਗਏ, ਨਹੀਂ ਤਾਂ ਪਾਰਟੀ ਦੇ ਨੁਕਸਾਨ ਹੋ ਸਕਦਾ ਹੈ। ਓਕੇ, ਥੈਂਕ ਯੂ ਵੈਰੀ ਮਚ। ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਸੀਂ ਪੰਜਾਬ ਦੀਆਂ ਰਾਜਸੀ ਘਟਨਾਵਾਂ ਨੂੰ ਬਹੁਤ ਨਜ਼ਦੀਕ ਤੋਂ ਦੇਖਦੇ ਹੋ, ਵਾਚਦੇ ਹੋ। ਆਪਾਂ ਹਕਮਦਰ ਦੀ ਗੱਲ ਕਰ ਰਹੇ ਹਾਂ। ਇਸ ਵੇਲੇ ਜੋ ਸੰਕਟ ਖੜਾ ਹੋਇਆ ਹੈ, ਕੀ ਉਹ ਸੰਕਟ ਦੇ ਵਿੱਚੋਂ ਕਾਂਗਰਸ ਪਾਰਟੀ ਦਾ ਬਾਹਰ ਨਜ਼ਰ ਆ ਰਿਹਾ ਹੈ? ਕਿਉਂਕਿ ਜਿਹੜੇ ਚਿਹਰਿਆਂ ਦੀ ਗੱਲ ਹੁੰਦੀ ਹੈ, ਨਵਜੋਤ ਸਿੱਧੂ ਦੀ ਗੱਲ ਹੁੰਦੀ ਹੈ, ਕੈਪਟਨ ਅਮਰਿੰਦਰ ਦੀ ਗੱਲ ਹੁੰਦੀ ਹੈ, ਦੂਜੇ ਚਿਹਰੇ ਹੈ, ਹੁਣ ਇੱਕ ਹੋਰ ਤੁਹਾਡਾ ਪੁਰਾਣਾ ਮਿੱਤਰ ਸੁਖਪਾਲ ਖਹਿਰਾ ਵੀ ਉਹ ਚਿਹਰਿਆਂ 'ਚ ਜਾ ਕੇ ਸ਼ਾਮਲ ਹੋ ਗਿਆ। ਪਰ ਜੋ ਪ੍ਰਸਥਿਤੀਆਂ ਇਸ ਵੇਲੇ ਬਣੀਆਂ ਹੋਈਆਂ ਹੈ, ਜਿੱਦਾਂ ਦੇ ਹਾਲਾਤ ਆ, ਉਹਦੇ 'ਚ ਲੱਗਦਾ ਕਿ ਕਾਂਗਰਸ ਜਿਹੜੀ ਹੈਗੀ ਹੈ ਪੰਜਾਬੀਆਂ ਦਾ ਭਰੋਸਾ ਕਾਇਮ ਰੱਖ ਸਕੇਗੀ ਜੋ ਇਸ ਵੇਲੇ ਸਥਿਤੀਆਂ ਬਣੀਆਂ ਕਾਂਗਰਸ ਦੇ ਅੰਦਰ? ਦੇਖੋ, ਇੱਕ ਗੱਲ ਤੇ ਸਾਫ਼ ਆ ਕਿ ਪਾਰਟੀਆਂ ਇੱਕ ਫੱਟਾ ਜ਼ਰੂਰ ਹੈਗਾ, ਜਿਸ ਤਰ੍ਹਾਂ ਹੱਥ ਦਾ ਚੋਣ ਨਿਸ਼ਾਨ ਲੈਣ ਲਈ ਪਾਰਟੀਆਂ 'ਚ ਲੋਕ ਵੱਢ ਤੇ ਜਾਂਦੇ ਆ,
ਪਰ ਮਾਮਲੇ ਸਾਰੇ ਪਾਰਟੀ ਦੇ ਹਿੱਤ 'ਚ ਨਹੀਂ, ਜ਼ਿਆਦਾਤਰ ਆਪਣੇ ਹਿੱਤਾਂ ਨੂੰ ਕਿਵੇਂ ਅੱਗੇ ਤੋਰਨਾ ਉਹਦੀਆਂ ਲੜਾਈਆਂ ਲੜੀਆਂ ਜਾਂਦੀਆਂ। ਜਿਹੜਾ ਐਮਐਲਏ ਬਣਦਾ ਕਹਿੰਦਾ ਮੈਨੂੰ ਮਿਨਿਸਟਰ ਦੀਆਂ ਪਾਵਰਾਂ ਦੇ ਦਿਓ, ਜਿਹੜਾ ਮਿਨਿਸਟਰ ਕਹਿੰਦਾ ਮੈਨੂੰ ਚੀਫ ਮਿਨਿਸਟਰ ਦੀਆਂ ਦੇ ਦਿਓ। ਇਹ ਖਿੱਚੋ ਤਾਣ ਚੱਲੀ ਜਾਂਦੀ ਹੈ ਕਾਂਗਰਸ 'ਚ, ਇਹ ਖਾਸ ਕਰਕੇ ਹੈਗੀ। ਕਿਉਂਕਿ ਥੋੜਾ ਬਹੁਤ ਬੋਲਣ ਦੀ ਇਜਾਜ਼ਤ ਹੈ, ਉਸ ਕਿਸਮ ਦਾ ਚੱਲੀ ਜਾਂਦਾ। ਹੁਣ ਦੀ ਜਿਹੜੀ ਸਾਰਾ ਸੰਕਟ ਜਿਹਨੂੰ ਸਮਝਦੇ ਆ, ਇਹਦੇ ਦੋਨੋਂ ਪਹਿਲੂ ਹੈਗੇ। ਇੱਕ ਪਹਿਲੂ ਤੇ ਇਹ ਹੈਗਾ ਕਿ ਸਾਰੀ ਇੱਕ ਪਾਸੇ ਲੋਕ ਵਿਰੋਧਤਾ ਕਰੀ ਜਾਂਦੇ, ਦੂਜੇ ਹੱਕ 'ਚ। ਇਹਦਾ ਮਤਲਬ ਆ ਜਿਵੇਂ ਬੀਜੇਪੀ ਵੇਲੇ ਕਹਿੰਦੇ ਸੀ ਚੰਗੇ ਬੀਜੇਪੀ ਦੇ ਲੀਡਰ ਜਿਸ ਤਰ੍ਹਾਂ ਅਟਲ ਬਿਹਾਰੀ ਵਾਜਪਾਈ ਜਾਂ ਹੋਰ ਕੋਈ ਹੋ ਸਕਦੇ 4 ਬੰਦੇ, ਅੱਜ ਕੱਲ੍ਹ ਗੜਕੜੀ ਦਾ ਵੀ ਨਾਮ ਉਹਨਾਂ 'ਚ ਚੱਲਦਾ, ਤੇ ਮਾੜੇ ਬੀਜੇਪੀ ਦੇ ਲੀਡਰ। ਇਹ ਚੰਗੇ ਮਾੜੇ ਦਾ ਕਿਹੜੀ ਗੱਲ ਹੈ, ਬਣਾਈ ਇਸ ਤਰ੍ਹਾਂ ਚੱਲੇ ਜਾਂਦੇ ਆ ਨਾ ਕਿ ਕੈਪਟਨ ਮਾੜਾ ਤੇ ਕੈਪਟਨ ਦੀ ਕੋਠਰੀ ਮਾੜੀ ਤੇ ਬਾਕੀ ਦੇ ਜਿਹੜੇ ਸ਼ਰੀਫ ਆ ਉਹ ਕਾਰਨਰ ਲੱਗਿਆ, ਤੇ ਆਪਸੀ ਜਿਹੜੀ ਪ੍ਰਚਾਰ ਕਰਕੇ ਸਾਰੀ ਗੇਮ ਨੂੰ ਆਪਣੇ ਪਾਲੇ ਦੇ ਵਿੱਚ ਰੱਖਿਆ ਹੋਇਆ। 2 ਟੀਮਾਂ ਆਪਣੀ ਪਾਰਟੀ ਦੀਆਂ ਹੀ ਬਣਾ ਲਈਆਂ, ਨਹੀਂ ਤੇ ਟੀਮਾਂ ਕਾਂਗਰਸ ਵਰਸਸ ਅਕਾਲੀ ਬਣਨ ਜਾਂ ਕਾਂਗਰਸ ਵਰਸਸ ਆਪੋਜੀਸ਼ਨ ਪਾਰਟੀ ਜਿਹੜੀ ਆਪ ਉਹ ਬਣੇ, ਉਹ ਜਾਣੀ ਆਪਣੀਆਂ ਹੀ 2 ਟੀਮਾਂ ਬਣਾ ਕੇ ਖੇਲ ਲੜੀ ਜਾਂਦੇ ਪਹਿਲਾਂ। ਤੇ ਇਹ ਗੱਲ ਵੇਖਣ ਵਾਲੀ ਹੈ, ਜਿੱਦਣ ਇਹਨਾਂ ਨੂੰ ਹੱਥ ਦਾ ਚੋਣ ਦਾ ਨਿਸ਼ਾਨ ਮਿਲ ਗਿਆ ਉਦਣ ਇਹ ਬਹੁਤੀ ਕੋਸ਼ਿਸ਼ ਇਹੋ ਹੀ ਕਰਨਗੇ ਕਿ ਆਪੋ ਆਪਣੇ ਜਿੱਤਣ ਦਾ ਕਰਨ। ਪਰ ਇਹਦੇ 'ਚ ਇਹ ਵੀ ਹੈ ਕਿ ਐਤਕੀ ਲੋੜ ਤੋਂ ਵੱਧ 77 ਬੰਦੇ ਜਿੱਤ ਗਏ, ਕੁਝ ਬਾਈ ਇਲੈਕਸ਼ਨ 'ਚ ਕਹਿੰਦੇ 80 ਹੋ ਗਏ। ਇਹਨਾਂ ਦੇ ਪਿਛਲੀ ਵਾਰੀ ਜਿਹੜੀ ਸਰਕਾਰ ਹਾਰ ਗਈ ਸੀਗੀ ਕਾਂਗਰਸ ਦੀ, ਇਹਨਾਂ ਸੁਣਨ 'ਚ ਆਉਂਦਾ ਕਿ ਕੁਝ ਬੰਦੇ ਆਪਣੇ ਰਾਹ ਤੇ ਸੀ ਵੀ ਕਿਤੇ ਜ਼ਿਆਦਾ ਨਾ ਜਿਤਾ ਦਿਓ, ਮੇਰੇ ਕੋਲ ਸਾਂਭੇ ਨਹੀਂ ਜਾਣੇ। ਉਹ ਹੋਇਆ ਇੰਜ। ਪ੍ਰੋਫੈਸਰ ਵਿੱਚੋਂ ਟੋਕ ਰਿਹਾ ਤੁਹਾਨੂੰ, ਪਰ ਜਿੱਦਾਂ ਮੈਂ ਕਿਹਾ ਸੀ, ਹੁਣ ਤਾਂ ਤੁਹਾਡੇ ਪੁਰਾਣੇ ਮਿੱਤਰ ਖਹਿਰਾ ਦੀ ਗੱਲ ਕਰ ਲਈਏ, ਕਮਾਲੂ ਦੀ ਗੱਲ ਕਰ ਲਈਏ, ਪਿਰਮਲ ਦੀ ਗੱਲ ਕਰ ਲਈਏ, 3 ਹੋਰ ਆ ਗਏ। ਉਹ ਵੀ 3 ਬਣੇ ਬਣਾਏ ਵਿਧਾਇਕ ਵਾਪਸ ਆ ਗਏ ਆ ਕਾਂਗਰਸ। ਬਿਲਕੁਲ ਕਈ ਤੁਰੇ ਜਾਂਦੇ ਆ। ਮੈਂ ਇਹੀ ਕਹਿਣਾ ਕਿ ਉਹ ਇੰਨੀ ਵੱਡੀ ਗਿਣਤੀ ਆ, ਤੇ ਕੈਪਟਨ ਕਹਿੰਦਾ ਕਿ ਜਦ ਮੇਰੇ ਕੋਲ ਆਪਣੇ ਬੰਦੇ ਕਾਫੀ ਹੈਗੇ ਆ ਸਰਕਾਰ ਚਲਾਉਣ ਲਈ, ਮੈਂ ਦੂਜਿਆਂ ਨੂੰ ਕਿਉਂ ਕਰਾਂ? ਮੈਂ ਆਪਣੇ ਧੜੇ ਨੂੰ ਪੂਰਾ ਜਿਹੜਾ ਕਰੂੰਗਾ, ਅੱਗੇ ਵੀ ਕਰੂੰਗਾ, ਉਹਨਾਂ ਨੂੰ ਫਾਇਦੇ ਵੀ ਦਊਂਗਾ, ਸਾਰੇ ਕਰੂੰਗਾ। ਇਸ ਗੱਲ ਦੀ ਚਿੜ ਜਿਹੜਾ ਉਹਦੇ ਖੰਭਾਂ ਥੱਲੇ ਨਹੀਂ ਆਉਂਦਾ, ਉਹਨੂੰ ਬੜੀ ਭਾਰੀ ਹੈ। ਪਰ ਇਹ ਸਾਰਿਆਂ ਤੋਂ ਅਲੱਗ ਜਿਹੜਾ ਨਵਜੋਤ ਸਿੰਘ ਸਿੱਧੂ ਫੈਕਟਰ ਹੈ, ਉਹ ਬਿਲਕੁਲ ਅਲੱਗ ਹੈਗਾ। ਉਹ ਦੂਜਿਆਂ ਕਾਂਗਰਸੀਆਂ ਦਾ ਨਹੀਂ ਹੈਗਾ, ਇਹ ਅਲੱਗ ਹੈਗਾ। ਇਹ ਇੱਕ 1 ਮੈਨ ਆਰਮੀ ਆ। ਇਹ ਤੋਪ ਬੜੀ ਵੱਡੀ ਆ, ਫੈਰ ਬੜਾ ਤਕੜਾ ਛੱਡਦੀ ਹੈ, ਔਰ ਇਹ ਤੋਂ ਡਰਦੇ ਸਾਰੇ ਦਿੱਲੀ ਤੱਕ ਇਹਦੀ ਧਮਕ ਪੈਂਦੀ ਆ। ਹੁਣ ਇਹ ਤੋਪ ਕਿੱਧਰ ਨੂੰ ਚੱਲਦੀ ਆ, ਇਹ ਆਪਣੇ ਵੱਲ ਹੀ ਚੱਲ ਜਾਂਦੀ ਆ ਜਾਂ ਵਿਰੋਧੀ ਪਾਰਟੀਆਂ ਵੱਲ ਚੱਲਦੀ ਆ ਜਾਂ ਕੈਪਟਨ ਵੱਲ ਚੱਲਦੀ ਆ, ਇਹ ਰੱਬ ਜਾਣੇ। ਇਹ ਤੋਪ ਦਾ ਕੋਈ ਪ੍ਰੈਡਿਕਸ਼ਨ ਪ੍ਰੀਸਾਈਜ਼ਲੀ ਕੋਈ ਨਹੀਂ ਕਰ ਸਕਦਾ। ਇਹ ਸੰਕਟ ਜ਼ਰੂਰ ਆ। ਪਰ ਮੈਂ ਲਾਸਟ ਗੱਲ ਇਹ ਕਹੂੰਗਾ ਕਿ ਇਹਦਾ ਜਿਹੜਾ ਅਸਰ ਹੈ ਆਉਣ ਵਾਲੀਆਂ ਚੋਣਾਂ 'ਚ, ਜਿਵੇਂ ਹਰਕਮਲ ਜੀ ਕਹਿ ਰਹੇ, ਮੈਂ ਬਿਲਕੁਲ ਇਸ ਗੱਲ ਦਾ ਸਮਝ ਮੈਨੂੰ ਪੈ ਰਹੀ ਹੈ ਕਿ ਇੱਕ ਦੂਜੇ ਨੂੰ ਹਰਾਉਣ ਵੱਲ ਵੀ ਚੱਲ ਸਕਦੇ ਆ, ਔਰ ਇਹਦਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਹੋ ਰਿਹਾ। ਯੈਸ ਹਰਕਮਲ ਜੀ, ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੇ ਆਪ 'ਚ ਬਹੁਤ ਵੱਡੀ ਤੋਪ ਪਰ ਕਿੱਧਰ ਨੂੰ ਚੱਲਦੀ ਹੈ। ਕਾਂਗਰਸ ਪਾਰਟੀ ਦੇ ਅੰਦਰ ਜਦੋਂ ਆਪਾਂ ਗੱਲ ਕਰਦੇ ਹਾਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਸਥਿਤੀ ਇਹ ਵੀ ਹੈ ਕਿ ਕਾਂਗਰਸ ਦਾ ਜਿਹੜਾ ਜਥੇਬੰਦਕ ਢਾਂਚਾ ਹੈ, ਪੰਜਾਬ ਕਾਂਗਰਸ ਦੇ ਪ੍ਰਧਾਨ ਆ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿ ਮੈਂ ਪ੍ਰਧਾਨ ਹੈਗਾ ਵੀ ਹੈ ਕਿ ਨਹੀਂ ਹੈਗਾ। ਕੀ ਇਹ ਵੀ ਲੱਗਦਾ ਹੈ ਕਿ ਜਦੋਂ ਓਵਰਆਲਿੰਗ ਦੀ ਗੱਲ ਹੈ ਜਾਂ ਕਾਂਗਰਸ ਤਬਦੀਲੀਆਂ ਦੀ ਗੱਲ ਹੈ, ਤੇ ਕਾਂਗਰਸ ਦੇ ਜਥੇਬੰਦਕ ਢਾਂਚੇ 'ਚ ਤਬਦੀਲੀ ਕੀਤੇ ਬਗੈਰ ਇੰਜ ਪਾਰਟੀ 'ਚ ਚੱਲਣਾ ਵੀ ਮੁਸ਼ਕਲ ਹੋਏਗਾ? ਜੀ ਕਮਲ ਜੀ। ਦੇਖੋ ਬਿਲਕੁਲ ਠੀਕ ਗੱਲ ਹੈਗੀ ਹੈ। ਜਿਹੜਾ ਕਾਂਗਰਸ ਦਾ ਜਥੇਬੰਦਕ ਢਾਂਚਾ ਹੈ, ਉਹ 1.5 ਸਾਲ ਦਾ ਭੰਗ ਹੋਇਆ ਹੈ। ਪੰਜਾਬ ਦੀ ਉਹਨਾਂ ਦੀ ਜਿਹੜੀ ਸਟੇਟ ਆਰਗੇਨਾਈਜੇਸ਼ਨ ਹੈ, ਡਿਸਟ੍ਰਿਕਟ ਆਰਗੇਨਾਈਜੇਸ਼ਨਸ ਨੇ, ਬਲਾਕ ਲੈਵਲ ਦੀਆਂ, ਸਭ ਟੋਟਲ ਪਿਛਲੇ 1.5 ਸਾਲ ਤੋਂ ਭੰਗ ਨੇ। ਕੋਈ ਆਰਗੇਨਾਈਜੇਸ਼ਨ ਉਹਨਾਂ ਦੀ 1.5 ਸਾਲ ਤੋਂ ਨਹੀਂ ਹੈਗੀ। ਔਰ ਜਦੋਂ ਹੁਣ 6-8 ਮਹੀਨੇ ਰਹਿ ਗਏ ਨੇ, ਉਹਨੂੰ ਸੋਚ ਰਹੇ ਨੇ ਕਿ ਅਸੀਂ ਆਰਗੇਨਾਈਜੇਸ਼ਨ ਨੂੰ ਦੁਬਾਰਾ ਬਣਾਈਏ। ਇੱਕ ਇੰਨਾ ਆਸਾਨ ਕੰਮ ਨਹੀਂ ਹੈਗਾ। ਤੁਸੀਂ ਸਟੇਟ ਦੇ ਥੋੜੇ ਜਿਹੇ ਅਹੁਦੇਦਾਰ ਤੇ ਬਣਾ ਸਕਦੇ ਹੋ, ਲੇਕਿਨ ਉਹਨੂੰ ਬਲਾਕ ਲੈਵਲ ਤੇ ਲੈ ਕੇ ਜਾਣਾ, ਬਲਾਕ ਤੋਂ ਥੱਲੇ ਜਾਣਾ, ਡਿਸਟ੍ਰਿਕਟ ਲੈਵਲ ਦੀਆਂ ਆਰਗੇਨਾਈਜੇਸ਼ਨ ਖੜੀਆਂ ਕਰਨੀਆਂ, ਉਹਨਾਂ ਲਈ ਕੰਮ ਕਰਨਾ ਕੁਝ ਇੱਕ ਕਾਫੀ ਟਾਈਮ ਕੰਜ਼ਿਊਮਿੰਗ ਹੈਗਾ। ਔਰ ਮੈਨੂੰ ਨਹੀਂ ਲੱਗਦਾ ਕਿ ਇਲੈਕਸ਼ਨਾਂ ਤੱਕ ਕਾਂਗਰਸ ਪਾਰਟੀ ਆਪਣੇ ਆਪ ਨੂੰ ਜਥੇਬੰਦਕ ਤੌਰ ਤੇ ਖੜਾ ਕਰ ਸਕੇਗੀ। ਦੂਜੀ ਜਿਹੜੀ ਗੱਲ ਹੈਗੀ ਹੈ, ਜਿਹੜਾ ਅਸੀਂ ਕਹਿ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਦਾ, ਉਹ ਨਵਜੋਤ ਸਿੰਘ ਸਿੱਧੂ ਦੀ ਵੀ ਸੇਮ ਪ੍ਰੋਬਲਮ ਹੈਗੀ ਹੈ ਕਿ ਜੇ ਉਹਨੂੰ ਕਿਸੇ ਪੋਜੀਸ਼ਨ 'ਚ ਵੀ ਪਾਰਟੀ ਲੈ ਕੇ ਆਉਂਦੀ ਹੈ, ਚਾਹੇ ਉਹਨੂੰ ਪ੍ਰਧਾਨ ਲਿਆਉਣਾ ਚਾਹਣ ਜਾਂ ਉਹਨੂੰ ਕੋਈ ਕੰਪੇਨ ਕਮੇਟੀ ਦਾ ਚੇਅਰਮੈਨ ਲੈ ਕੇ ਆਉਣਾ ਚਾਹਣ, ਜਿਸ ਪੋਜੀਸ਼ਨ 'ਤੇ ਲੈ ਕੇ ਆਉਣਾ ਚਾਹਣਗੇ, ਉਹਨੂੰ ਵੀ ਆਪਣਾ ਇੱਕ ਆ ਕੇ ਟੀਮ ਬਣਾਉਣੀ ਪਏਗੀ, ਕੰਮ ਸੰਭਾਲਣਾ ਪਏਗਾ, ਕੰਪੇਨ ਕਰਨਾ ਪਏਗਾ। ਮੈਨੂੰ ਲੱਗਦਾ ਕਿ ਜਿਵੇਂ ਕਾਂਗਰਸ ਹਾਈ ਕਮਾਂਡ ਹਰ ਚੀਜ਼ ਨੂੰ ਡਿਲੇ ਕਰੀ ਜਾ ਰਹੀ ਹੈ ਲਗਾਤਾਰ, ਉਹਦਾ ਨੁਕਸਾਨ ਇਹ ਹੋਣਾ ਹੈ। ਦੇਖੋ ਆਲਰੇਡੀ ਪਾਰਟੀ ਦੀ ਇੱਕ ਪ੍ਰੋਬਲਮ ਹੈਗੀ ਹੈ
ਕਿ 40-45 ਐਮਐਲਏ ਇਹਨਾਂ ਦੇ ਬਹੁਤ ਬਦਨਾਮ ਹੋ ਚੁੱਕੇ ਨੇ। ਜੋ ਉਹਨਾਂ ਦੀ ਕਾਰਗੁਜ਼ਾਰੀ 4-5 ਸਾਲ ਦੀ ਰਹੀ ਹੈ, ਜਿਹੋ ਜਿਹਾ ਥੱਲੇ ਲੁੱਟਮਾਰ ਹੋਈ ਹੈ, ਲੋਕਲ ਲੈਵਲ ਤੇ ਇਹਨਾਂ ਦੇ ਬਹੁਤ ਵਿਧਾਨਕਾਰ ਦੂਜੀਆਂ ਪਾਰਟੀਆਂ ਦੇ ਭਾਵੇਂ ਬਦਨਾਮ ਨੇ, ਪਰ ਇਹਨਾਂ ਦੇ ਵੀ ਹੈਗੇ ਨੇ ਚੁੱਕੇ ਰਾਜ ਕਰ ਰਹੇ ਸੀ। ਹੁਣ ਪਾਰਟੀ ਹਾਈਕਮਾਂਡ ਕੋਲ ਜੇ ਇਹ ਮਸਲਾ ਹੀ ਹੱਲ ਨਹੀਂ ਹੋ ਰਿਹਾ ਕਿ ਆਪਣੀ ਆਰਗੇਨਾਈਜੇਸ਼ਨ ਦੁਬਾਰਾ ਰੀਆਰਗੇਨਾਈਜ਼ ਕਰਨ ਦਾ, ਤੇ ਮੈਨੂੰ ਦੱਸੋ ਜੀ ਕੱਲ ਨੂੰ ਇਹ ਟਿਕਟਾਂ ਵੰਡਣ ਦਾ ਕੰਮ ਕਿਵੇਂ ਪੂਰਾ ਕਰਨਗੇ, ਕਿਵੇਂ ਇਹ ਟਿਕਟਾਂ ਕੱਟ ਸਕਣਗੇ ਬਦਨਾਮ ਬੰਦਿਆਂ ਦੀਆਂ? ਔਰ ਜੇ ਉਹੀ ਬੰਦੇ ਦੁਬਾਰਾ ਸਾਰੇ ਟਿਕਟਾਂ ਦੇਣੀਆਂ ਜੇ ਕੱਲ ਨੂੰ, ਤੇ ਮੈਨੂੰ ਲੱਗਦਾ ਕਾਂਗਰਸ ਪਾਰਟੀ ਲਈ ਇਹੋ ਜਿਹੇ ਬੰਦਿਆਂ ਨੂੰ ਜਿਤਾਉਣਾ ਬਹੁਤ ਮੁਸ਼ਕਲ ਹੋਏਗਾ। ਬਿਲਕੁਲ। ਜਿਹੜਾ ਹਰਕੰਵਲ ਜੀ, ਮੈਂ ਅੱਗੇ ਸਵਾਲ ਲੈਣਾ ਪਰ ਛੋਟਾ ਜਿਹਾ ਸਵਾਲ ਹੋਰ ਲਵਾਂਗਾ। ਜਿਹੜੇ ਤੁਸੀਂ ਬਦਨਾਮ ਬੰਦਿਆਂ ਦੀ ਗੱਲ ਕਰਦੇ ਆ, ਜੇ ਟਿਕਟਾਂ ਕੱਟੀਆਂ ਗਈਆਂ ਤਾਂ ਜਿਵੇਂ ਭਾਜਪਾ ਨੇ ਦੂਜੇ ਰਾਜਾਂ 'ਚ ਕੀਤਾ ਹੈ, ਭਾਜਪਾ ਨੇ ਵੀ ਇੱਕ ਦਰਵਾਜ਼ਾ ਖੋਲ ਰੱਖਿਆ ਇਹੋ ਜਿਹੇ ਬੰਦਿਆਂ ਲਈ। ਉਹਨਾਂ ਨੇ ਵੀ ਗਲ ਦੇ ਵਿੱਚ ਜਿਹੜਾ ਹੈਗਾ ਪੱਲਾ ਪਾਉਣ ਲੱਗਿਆ ਜਾਂ ਸਰੂਪਾ ਦੇਣ ਲੱਗਿਆ 1 ਸੈਕਿੰਡ ਨਹੀਂ ਲਾਉਣਾ ਇਹੋ ਜਿਹੇ ਬੰਦਿਆਂ ਨੂੰ ਲੈਣ ਲਈ। ਦੇਖੋ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਭਾਜਪਾ ਦਾ ਤੇ ਕੰਮ ਹੀ ਇਹ ਹੈਗਾ ਕਿ ਉਹਨਾਂ ਨੇ ਸਰੋਪਿਆਂ ਦਾ ਢੇਰ ਲਾ ਕੇ ਰੱਖਿਆ ਹੈ। ਉਹ ਜਿਹੜਾ ਬੰਦਾ ਵੀ ਤਿਆਰ ਹੈਗਾ ਉਹਨਾਂ ਦੇ ਕੋਲ ਆਉਣ ਲਈ, ਉਹ ਕੋਈ ਉਹਦਾ ਪਿਛੋਕੜ ਦੇਖਣ ਨੂੰ ਤਿਆਰ ਨਹੀਂ ਹੈਗੇ, ਕੋਈ ਉਹਦਾ ਵੈਲਿਊ ਦੇਖਣ ਨੂੰ ਤਿਆਰ ਨਹੀਂ ਹੈਗੇ। ਉਹ ਤੇ ਪਰਨਾ ਪਾ ਕੇ ਨਾਲ ਲੈਣ ਨੂੰ ਤਿਆਰ ਨੇ। ਹਰਕੰਵਲ ਜੀ, ਮੈਂ ਤੁਹਾਨੂੰ ਵਿੱਚੋਂ ਟੋਕਣਾ, ਤੁਹਾਡੀ ਗੱਲ ਨਾਲ ਮੈਂ ਸਹਿਮਤ ਨਹੀਂ। ਭਾਜਪਾ ਇਹ ਕਹਿੰਦੀ ਹੈ ਕਿ ਉਹ ਬਦਨਾਮ ਉਦੋਂ ਤੱਕ ਹੁੰਦੇ ਆ ਜਦੋਂ ਦੂਜੀਆਂ ਪਾਰਟੀਆਂ ਜ਼ਿਆਦਾ ਨੇ। ਉਹ ਕਹਿੰਦੇ ਸਾਡੀ ਪਾਰਟੀ 'ਚ ਆ ਗਏ ਫਿਰ ਤਾਂ ਦੁੱਧ ਧੋਤੇ ਹੋ ਗਏ, ਫਿਰ ਤਾਂ ਬਦਨਾਮੀ ਉਹ ਖਤਮ ਕਰ ਗਏ, ਉਹ ਪਿੱਛੇ ਛੱਡੇ ਬਦਨਾਮੀ। ਭਾਜਪਾ 'ਚ ਆ ਕੇ ਕੋਈ ਬਦਨਾਮ ਨਹੀਂ ਹੁੰਦਾ। ਹਰਕੰਵਲ ਜੀ, ਤੁਸੀਂ ਤੇ ਇੰਜ ਕਹਿ ਰਹੇ ਆ ਜਿਵੇਂ ਉਹ ਸਰੋਪਿਆਂ ਦਾ ਢੇਰ ਲਾਇਆ ਹੋਵੇ ਤੇ ਉਹ ਪਾਉਣ ਦੀ ਵੀ ਨਾ ਕਰਦੇ ਹੋਣ, ਖੇਚਲ ਕਹਿਣਗੇ ਇੱਥੋਂ ਇੱਕ ਸਰੋਪਾ ਪਾ ਲਾ ਬਈ। ਉਹੋ ਜਿਹਾ ਹੀ ਹਾਲ ਹੈਗਾ ਉਹਨਾਂ ਦਾ। ਜਿਹੜੇ ਹੁਣ ਕੱਲ ਜਿਹੜੇ 2-4 ਬੰਦੇ ਜਿਹੜੇ ਨਾ 4-5 ਬੰਦੇ ਕੱਲ ਲਏ ਹੈਗੇ ਨੇ, ਉਹ ਹੁਣ ਇਹੋ ਜਿਹਾ ਹੀ ਕੰਮ ਹੈਗਾ। ਉਹਦੇ 'ਚ ਹੋਰ ਕੀ ਤੁਸੀਂ ਕਹਿ ਸਕਦੇ ਹੋ? ਪਰ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ, ਸਰੋਪੇ ਪਾ ਕੇ ਗੱਲਾਂ 'ਚ ਬੰਦੇ ਖੜੇ ਕਰਨ ਵਾਲੀਆਂ, ਇਹ ਕੱਲ ਨੂੰ ਇਲੈਕਸ਼ਨ 'ਚ ਇਹੋ ਜਿਹੀਆਂ ਪਾਰਟੀਆਂ ਕੋਈ ਭੂਮਿਕਾ ਅਦਾ ਨਹੀਂ ਕਰ ਸਕਦੀਆਂ। ਇਹ ਸਿਰਫ ਇਹ ਠੀਕ ਹੈ ਨੋਟੰਕੀ ਡਰਾਮਾ ਕਰ ਸਕਦੇ ਨੇ, ਲੇਕਿਨ ਇਹ ਤੋਂ ਵੱਧ ਕੁਝ ਨਹੀਂ। ਥੈਂਕ ਯੂ ਪ੍ਰਾਸ਼ਰ ਜੀ। ਇਸੇ ਮੁੱਦੇ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਅਹਿਮ ਸਵਾਲ ਇਹ ਵੀ ਹੈ ਕਿ ਕਾਂਗਰਸ ਦੇ ਲਈ ਇਕੱਲੀ ਚਿਹਰਿਆਂ ਦੀ ਚੁਣੌਤੀ ਨਹੀਂ ਹੈ। ਜਿਸ ਤਰ੍ਹਾਂ ਦੀ ਸਥਿਤੀ ਤੁਸੀਂ ਪਹਿਲਾਂ ਕਮੈਂਟ ਕਰ ਰਹੇ ਸੀ, ਅਕਾਲੀ ਦਲ ਤੇ ਬਸਪਾ ਨੇ ਸਮਝੌਤਾ ਕੀਤਾ ਹੈ, ਉਧਰੋਂ ਜਿੱਦਾਂ ਬੀਜੇਪੀ ਜ਼ੋਰ ਸ਼ੋਰ ਨਾਲ ਕਹਿ ਰਹੀ ਸੀ 117 ਦੀਆਂ 117 ਸੀਟਾਂ ਤੇ ਲੜਾਂਗੇ। ਦਲਿਤ ਤੇ ਹਿੰਦੂ ਵੋਟ ਬੈਂਕ ਜਿਹਦੇ ਤੇ ਕਾਂਗਰਸ ਦੀ ਹਮੇਸ਼ਾ ਨਜ਼ਰ ਰਹਿੰਦੀ ਹੈ, ਉਸ ਨੂੰ ਇੰਟੈਕਟ ਰੱਖਣਾ, ਆਪਣੇ ਨਾਲ ਜੋੜ ਕੇ ਰੱਖਣਾ, ਪ੍ਰਾਸ਼ਰ ਜੀ ਕਿੰਨੀ ਕੁ ਵੱਡੀ ਚੁਣੌਤੀ ਇਸ ਵੇਲੇ ਕਾਂਗਰਸ ਲਈ ਨਜ਼ਰ ਆ ਰਹੀ ਹੈ? ਜਗਤਾਰ ਜੀ, ਜਿਸ ਹਾਲਾਤ ਨਾਲ ਇਹ ਗਰਾਊਂਡ ਤੇਜ਼ੀ ਦੇ ਨਾਲ ਗਰਾਊਂਡ ਸਟੇਸ਼ਨ ਬਦਲ ਰਹੀ ਹੈ, ਜਿਹੜਾ ਕਿ ਅਕਾਲੀ ਦਲ ਔਰ ਬਸਪਾ ਦੇ ਵਿੱਚ ਜਿਹੜਾ ਸਮਝੌਤਾ ਹੋਇਆ, ਦੇਖੋ ਉਹਦੇ ਕਰਕੇ ਵੀ ਕਾਂਗਰਸ ਪਾਰਟੀ 'ਚ ਕਾਫੀ ਖਲਬਲੀ ਹੈ। ਔਰ ਸੀਐਮ ਪਿਛਲੇ 2-3 ਦਿਨ ਤੋਂ ਆਪਣੇ ਐਮਐਲਏ ਐਮਪੀਆਂ ਨੂੰ ਬੁਲਾ ਕੇ ਆਪਣੀ ਕੋਠੀ ਤੇ ਉਸ 'ਤੇ ਸਲਾਹ ਮਸ਼ਵਰਾ ਕਰ ਰਿਹਾ ਕਿ ਦੱਸੋ ਵੀ ਹੁਣ ਕਿਵੇਂ ਕਰੀਏ, ਹਾਲਾਤ ਬਦਲਦੇ ਜਾ ਰਹੇ ਆ। ਲੇਕਿਨ ਇਹ ਦੇਖੋ ਕਿ ਪਾਰਟੀ ਦੇ ਵਿੱਚ ਜਿਹੜੀ ਉਥਲ ਪੁਥਲ ਹੈ ਸਿਰਫ ਕਾਂਗਰਸ ਦੇ ਵਿੱਚ ਨਹੀਂ ਹੈ, ਭਾਜਪਾ ਦੇ ਵਿੱਚ ਵੀ ਹੈ। ਭਾਜਪਾ ਦਾ ਅਨਿਲ ਜੋਸ਼ੀ ਜਿਹੜਾ ਕਿ ਪਹਿਲੇ ਮੰਤਰੀ ਵੀ ਰਹਿ ਚੁੱਕਾ ਹੈ, ਉਹ ਜਾ ਕੇ ਅਕਾਲੀਆਂ ਦੇ ਨਾਲ ਅੱਖ ਮੁਟੱਕਾ ਕਰਨ ਲੱਗ ਪਿਆ। ਉਹਨੇ ਇਹ ਕਿਹਾ ਵੈ ਜੀ ਕਿ ਦੇਖੋ ਜਦ ਮੈਂ ਤੇ ਇੱਥੋਂ ਇਲੈਕਸ਼ਨ ਲੜਨਾ ਹੈ, ਲੋਕੀ ਸਹਾਰਦੇ ਨਹੀਂ, ਭਾਜਪਾ ਦਾ ਨਾਂ ਸੁਣ ਕੇ ਰਾਜੀ ਨਹੀਂ, ਤਾਂ ਅਕਾਲੀਆਂ ਵੱਲ ਹੀ ਚਲੀਏ। ਤਾਂ ਇਹਦਾ 2-3 ਦਿਨਾਂ ਤੋਂ ਬੜੀ ਅਫਵਾਹ ਚੱਲਦੀ ਹੈ। ਤੀਜੇ ਪਾਸੇ ਜਿਹੜੀ ਹੋਰ ਗੱਲ ਹੈ ਤੁਹਾਡੇ ਮੈਂ ਧਿਆਨ ਦੇ ਵਿੱਚ ਜਿਹੜੀ ਇੰਟਰਸਟਿੰਗ ਚੀਜ਼ ਲੈ ਕੇ ਆਉਣਾ ਚਾਹੁੰਦਾ ਹੈ, ਉਹ ਇਹ ਹੈ ਕਿ ਕਾਂਗਰਸ ਪਾਰਟੀ ਇਲੈਕਸ਼ਨ ਦੇ ਵਿੱਚ ਟਿਕਟ ਲੈਣ ਔਰ ਇਲੈਕਸ਼ਨ ਜਿੱਤਣ ਦੇ ਲਈ ਪ੍ਰਸ਼ਾਂਤ ਕਿਸ਼ੋਰ ਦੇ ਉੱਤੇ ਔਰ ਉਹਦੀ ਸਟ੍ਰੈਟਜੀ ਦਾ ਬਹੁਤ ਜਿਹੜੀ ਹੈ ਪੂਰੀ ਤਰ੍ਹਾਂ ਡਿਪੈਂਡੈਂਟ ਹੈ। ਔਰ ਹਾਲਤ ਇਹ ਹੈ ਕਿ ਇੱਕ ਨਕਲੀ ਪ੍ਰਸ਼ਾਂਤ ਕਿਸ਼ੋਰ ਪਿਛਲੇ ਕਈ ਮਹੀਨਿਆਂ ਤੋਂ ਇੱਥੇ ਕੰਮ ਕਰ ਰਿਹਾ ਔਰ ਕਾਂਗਰਸੀਆਂ ਦੇ ਉਹਨਾਂ ਦੇ ਸਰਵੇ ਕਰਾ ਰਿਹਾ ਔਰ ਉਹਨੂੰ ਅਸ਼ੋਰ ਕਰ ਰਿਹਾ ਕਿ ਵੀ ਤੁਸੀਂ ਐਦਾਂ ਕਰੋ, ਪੈਸੇ ਵੀ ਵੰਡ ਲਿਆ, ਕਈ ਕਰੋੜ ਰੁਪਇਆ ਇਕੱਠਾ ਕਰ ਲਿਆ। ਪੁਲਿਸ ਨੇ ਕੱਲ ਪਰਸੋਂ ਫੜਿਆ ਬੰਦੇ। ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਪ੍ਰਸ਼ਾਂਤ ਕਿਸ਼ੋਰ ਜਿਹੜਾ ਹੈ ਉਹੀ ਸਾਰਾ ਗੇਮ ਚੇਂਜਰ ਬਣਿਆ ਹੋਇਆ ਹੈ ਔਰ ਉਹੀ ਇਹਨਾਂ ਦੀ ਸਟ੍ਰੈਟਜੀ ਬਣਾ ਰਿਹਾ, ਉਹ ਇਹਨਾਂ ਨੂੰ ਸਲਾਹ ਦੇ ਰਿਹਾ, ਉਹੀ ਉਹ ਟਿਕਟਾਂ ਦੇ ਉੱਤੇ ਸਰਵੇ ਕਰਕੇ ਦਵਾ ਰਿਹਾ। ਤਾਂ ਪਾਰਟੀ ਦਾ ਸਾਰਾ ਘੁੰਮਣ ਜਿਹੜਾ ਨਾ ਉਹਦੇ ਇਰਦ ਗਿਰਦ ਘੁੰਮਣ ਲੱਗੀ ਹੋਈ ਹੈ। ਜੀ ਸਰ, ਮੈਂ ਤੁਹਾਡੇ ਵੱਲ ਵਾਪਸ ਆਵਾਂਗਾ। ਆਪਾਂ ਨੂੰ ਟੈਕਨੀਕਲ ਤੌਰ ਤੇ ਬ੍ਰੇਕ ਲੈਣ ਦੀ ਮਜਬੂਰੀ ਹੈ ਇਸ ਵੇਲੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੰਨੇ ਮੁੱਦਿਆਂ ਤੇ ਆ ਰਹੇ ਵਾਪਸ। ਸਾਡੇ ਨਾਲ ਇਸ ਖਿੱਤੇ ਦੇ ਸੀਨੀਅਰ ਜਰਨਲਿਸਟ ਤੇ ਬੁੱਧੀਜੀਵੀ ਵੀ ਜੁੜੇ ਹੋਏ ਹੈ। ਪੰਜਾਬ ਦੇ ਰਾਸ਼ਟਰੀ ਮੁੱਦਿਆਂ ਤੇ ਕਰਾਂਗੇ ਸਵਾਲ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਰਾਸ਼ੀ ਜੀ, ਬ੍ਰੇਕ ਤੋਂ ਪਹਿਲਾਂ ਜਦੋਂ ਤੁਸੀਂ ਗੱਲ ਕਰ ਰਹੇ ਸੀਗੇ ਅਕਾਲੀ ਦਲ ਤੇ ਜਿਹੜਾ ਬਸਪਾ ਦਾ ਸਮਝੌਤਾ ਹੈ ਭਾਜਪਾ ਨੂੰ ਛੱਡ ਕੇ, ਜੋ ਨਵੀਂ ਸਾਂਝ ਪਈ ਹੈ 96 ਤੋਂ ਬਾਅਦ 96 ਤੋਂ ਬਾਅਦ ਕਹਿੰਦੇ ਕਿ ਵੱਡੀ ਸਾਂਝ ਹੈ, ਇਤਿਹਾਸਿਕ ਸਾਂਝ ਕਹਿ ਰਹੇ ਸੁਖਬੀਰ ਬਾਦਲ ਹੋਣੀ,
ਇਹ ਜਿਹੜੀ ਸਾਂਝ ਹੈ ਪੰਜਾਬ ਦੇ ਪੋਲੀਟੀਕਲ ਜਿਹੜਾ ਸੀਨ ਹੈ, ਤੁਸੀਂ ਤਾਂ ਲੰਬੇ ਸਮੇਂ ਤੋਂ ਪੰਜਾਬ ਨੂੰ ਕਵਰ ਕਰਦੇ ਆ ਰਹੇ ਹੋ, ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਕੋਈ ਪੰਜਾਬ ਦੀ ਰਾਜਨੀਤੀ ਤੇ ਇੰਪੈਕਟ ਪ੍ਰਭਾਵ ਪਾਏਗਾ ਪ੍ਰਾਸ਼ੇ ਜੀ? ਜਗਤਾਰ ਜੀ, ਗੱਲ ਇਹ ਹੈ ਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਤੇ ਬਸਪਾ ਦੇ ਇਕੱਠੇ ਹੋਣ ਨਾਲ ਪੰਜਾਬ ਤੇ ਗਰਾਊਂਡ ਲੈਵਲ ਤੇ ਕਾਫੀ ਬuzz ਕ੍ਰੀਏਟ ਹੋ ਗਈ ਹੈ ਔਰ ਇਹਦਾ ਕੰਸਰਨ ਜਿਹੜਾ ਹੈ ਆਪ ਨੂੰ ਵੀ ਪਿਆ ਹੈ, ਹੱਥਾਂ ਪੈਰਾਂ ਦੀ ਪਈ ਹੈ ਔਰ ਕਾਂਗਰਸ ਪਾਰਟੀ ਨੂੰ ਵੀ ਫਿਕਰ ਪੈ ਗਈ ਹੈ। ਲੇਕਿਨ ਜੇ ਜੀ। ਆਪਾਂ ਸੀਨ ਨੂੰ ਧਿਆਨ ਨਾਲ ਦੇਖੀਏ ਤੇ ਬਸਪਾ ਦੇ ਪੰਜਾਬ ਅਸੈਂਬਲੀ ਵਿੱਚ ਪਿਛਲੇ ਦੋ ਜਿਹੜੀਆਂ ਟਰਮ ਹੈ, ਇੱਕ ਇੰਨੀ ਪ੍ਰੈਜ਼ੈਂਟ ਸੀ 0 ਔਰ ਦੂਜੇ ਪਾਸੇ ਅਕਾਲੀ ਦਲ ਦੀ ਦੇਖੋ ਕਿ ਅਕਾਲੀ ਦਲ ਦੀ ਗਰਾਊਂਡ ਲੈਵਲ ਤੇ ਪੰਜਾਬ ਦੇ ਵਿੱਚ ਕੀ ਹਾਲਤ ਹੈ, ਉਹ ਵੀ 0। ਤੇ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ 0 + 0 = 0, ਇਹਨਾਂ ਦਾ ਕੋਈ ਅਸਰ ਨਹੀਂ ਪੈਣਾ ਇਲੈਕਸ਼ਨਾਂ ਤੇ, ਕਿਉਂਕਿ ਅਕਾਲੀ ਦਲ ਦੇ ਇਹ ਪੈਰਾਂ ਥੱਲੇ ਹੱਲੇ ਵੀ ਜ਼ਮੀਨ ਖਿਸਕੀ ਹੋਈ ਹੈ ਔਰ ਬਸਪਾ ਦੇ ਪੈਰ ਨਹੀਂ ਲੱਗੀ। ਇੱਕ ਜਿਹੜੀ ਹੋਰ ਇੰਟਰਸਟਿੰਗ ਐਂਗਲ ਜਿਹੜੀ ਆਮ ਇੱਥੇ ਸਿਆਸੀ ਹਲਕਿਆਂ ਵਿੱਚ ਚਰਚਾ ਹੈ, ਉਹ ਇਹ ਕਹਿੰਦੇ ਹੈ ਕਿ ਇਹ ਬਸਪਾ ਦੇ ਜਿਹੜੇ ਚੀਫ ਹੈਗੇ ਆ ਮਾਇਆਵਤੀ, ਉਹਦੀ ਜਿਹੜੀ ਕੁੰਡੀ ਹੈ ਉਹ ਭਾਜਪਾ ਦੀ ਲੀਡਰਸ਼ਿਪ ਦੇ ਹੱਥਾਂ ਦੇ ਵਿੱਚ ਹੈ। ਉਹਨਾਂ ਨੇ ਜਦੋਂ ਚਾਹਣ ਉਹ CBI ਭੇਜ ਕੇ ਇਹ ਇਨਫੋਰਸਮੈਂਟ ਡਾਇਰੈਕਟੋਰੇਟ ਭੇਜ ਕੇ ਉਹਦੀ ਗਿੱਚੀ ਮਰੋੜ ਸਕਦੇ ਆ। ਤੋ ਇਸ ਕਰਕੇ ਅਗਰ ਬਸਪਾ 'ਚ ਅਕਾਲੀ ਦਲ ਦੇ ਨਾਲ ਆਈ ਹੈ, ਸਮਝੌਤਾ ਕੀਤਾ ਹੈ, ਇਲੈਕਸ਼ਨ ਲੜਨ ਦੀ ਗੱਲ ਕੀਤੀ ਹੈ, ਤਾਂ ਉਹ ਭਾਜਪਾ ਦੀ ਮਨਜ਼ੂਰੀ ਨਾਲ ਕੀਤੀ ਗਈ ਹੈ ਔਰ ਭਾਜਪਾ ਨੇ ਭੇਜਿਆ ਕਿ ਜਾ ਕੇ ਉੱਥੇ ਤੁਸੀਂ ਵੋਟਾਂ ਡਿਵਾਈਡ ਕਰੋ ਤਾਂ ਕਿ ਸਾਡਾ ਕੰਮ ਬਣੇ। ਤੋ ਇਹਦੀਆਂ ਬੜੀਆਂ ਇੰਟਰਸਟਿੰਗ ਕੰਬੀਨੇਸ਼ਨ ਪਰਮਿਟੇਸ਼ਨ ਚੱਲ ਰਹੀਆਂ, ਲੇਕਿਨ ਮੈਂ ਸਮਝਦਾ ਹਾਂ ਕਿ ਇਹਦੇ ਨਾਲ ਅਕਾਲੀ ਦਲ ਨੂੰ ਅੱਗੇ ਤੋਂ ਥੋੜ੍ਹੀ ਜਿਹੀ ਸਪੋਰਟ ਤਾਂ ਬਿਹਤਰ ਮਿਲ ਸਕਦੀ ਹੈ। ਲੇਕਿਨ ਜੇ ਉਹ ਜਿਸ ਤਰ੍ਹਾਂ ਉਹਨਾਂ ਦਾਅਵੇ ਕਰ ਰਿਹਾ ਕਿ ਲਓ ਜੀ ਸਾਡੀ ਸਰਕਾਰ ਬਣ ਜਾਣੀ ਹੈ, ਅਸੀਂ ਆ ਜਾਣਾ ਹੈ, ਉਹ ਮੈਂ ਸਮਝਦਾ ਕਿ ਦਿੱਲੀ ਅਭੀ ਦੂਰ ਹੈ, ਇਸ ਤਰ੍ਹਾਂ ਕੰਮ ਨਹੀਂ ਬਣਨਾ। ਓਕੇ ਜੀ, ਥੈਂਕ ਯੂ ਵੈਰੀ ਮਚ ਹਰਕਮਲ ਜੀ। ਇਸੇ ਮੁੱਦੇ ਤੇ ਕਿਉਂਕਿ ਪੰਜਾਬ 'ਚ ਜਿਹੜਾ ਪੋਲੀਟੀਕਲ ਤੌਰ ਤੇ ਇਹਦਾ ਨੋਟਸ ਤਾਂ ਲਿਆ ਜਾ ਹੀ ਰਿਹਾ ਹੈ, ਜਿੱਦਾਂ ਪ੍ਰਾਸ਼ੇ ਜੀ ਉਹਨਾਂ ਨੇ ਵੀ ਕਿਹਾ, ਅਕਾਲੀ ਦਲ ਤੇ ਬਸਪਾ ਦੀ ਜਿਹੜੀ ਸਾਂਝ ਹੈਗੀ ਹੈ ਉਹਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਕਿ ਦੂਜੀਆਂ ਰਾਜਸੀ ਪਾਰਟੀਆਂ ਲਈ ਚੁਣੌਤੀ ਬਣ ਸਕਦੇ ਆ ਜਾਂ ਜ਼ਮੀਨੀ ਹਕੀਕਤਾਂ ਕੁਝ ਹੋਰ ਕਹਿ ਰਹੀਆਂ? ਦੇਖੋ, ਜੋ ਮੈਨੂੰ ਨਜ਼ਰ ਆ ਰਿਹਾ ਹੈ ਉਹਦਾ ਇੱਕ ਅਕਾਲੀ ਦਲ ਨੂੰ ਐਡਵਾਂਟੇਜ ਹੋਏਗਾ। ਉਹਦਾ ਕਾਰਨ ਇਹ ਹੈਗਾ ਹੈ, ਜਿਹੜੀ ਗੱਲ ਸੁਖਬੀਰ ਬਾਦਲ ਨੇ ਕਹੀ ਹੈ ਕਿ ਪਿਛਲੀ ਇਲੈਕਸ਼ਨ 'ਚ ਅਸੀਂ 20 ਸੀਟਾਂ 1000 ਦੇ ਮਾਰਜਨ ਨਾਲ ਹਾਰੇ ਸੀ। ਜੇ ਤੁਸੀਂ BSP ਦੇ ਪਿਛਲੇ ਇਲੈਕਸ਼ਨ ਦੇ ਰਿਜ਼ਲਟ ਦੇਖੋ, ਹਰੇਕ ਸੀਟ ਤੇ ਉਹਨਾਂ ਦੀ 2-3000 ਵੋਟ ਤਾਂ ਘੱਟੋ ਘੱਟ ਹੈਗੀ ਹੈ, ਕਈਆਂ ਤੇ ਜ਼ਿਆਦਾ ਵੀ 25,000 ਵੀ ਤੱਕ ਵੀ ਪਹੁੰਚੇ, 40 ਤੱਕ ਵੀ ਪਹੁੰਚੇ, ਔਰ ਉਹ ਬਹੁਤ ਥੋੜੀਆਂ ਸੀਟਾਂ ਸੀ। ਲੇਕਿਨ ਜੇ ਅਕਾਲੀ ਦਲ ਨੂੰ BSP ਦੀ ਸਪੋਰਟ ਆਮ ਸੀਟਾਂ ਤੇ 2-3000 ਵੋਟ ਦੀ ਵੀ ਮਿਲ ਜਾਏ, ਉਹਨਾਂ ਦੇ ਵੋਟ ਬੈਂਕ 'ਚੋਂ ਵੋਟ ਐਡ ਹੋ ਜਾਏ, ਤੇ ਮੇਰਾ ਖਿਆਲ ਅਕਾਲੀ ਦਲ ਨੂੰ ਬੜੀ ਵੱਡੀ ਐਡਵਾਂਟੇਜ ਹੋਏਗੀ। ਘੱਟੋ ਘੱਟ ਉਹ ਜਿਹੜੀਆਂ 20 ਸੀਟਾਂ ਤੇ 1000 ਵਾਲੀਆਂ ਕਵਰ ਕਰ ਸਕਦੇ ਨੇ, ਪਲੱਸ ਕੋਈ 8-10 ਸੀਟਾਂ ਹੋਰ ਕਵਰ ਕਰ ਸਕਦੇ ਨੇ। ਸੋ ਇਹ ਉਹਨਾਂ ਨੂੰ ਮੈਨੂੰ ਲੱਗਦਾ ਕਾਫੀ ਵੱਡੀ ਐਡਵਾਂਟੇਜ ਹੋਏਗੀ। ਦੂਜਾ ਇੱਕ ਹੋਰ ਐਡਵਾਂਟੇਜ ਹੈ ਕਿ ਇਹ ਦੋਨੋਂ ਰੂਰਲ ਬੇਸਡ ਪਾਰਟੀਆਂ ਹੈ। ਅਕਾਲੀ ਦਲ ਦਿਹਾਤੀ ਸੀਟਾਂ ਲੜਦਾ ਹੈ ਔਰ ਬਸਪਾ ਦੀ ਸਪੋਰਟ ਵੀ ਦਿਹਾਤੀ ਸੀਟਾਂ ਤੇ ਹੀ ਹੈ। ਔਰ ਐਡਵਾਂਟੇਜ ਇਹ ਹੋਏਗੀ ਕਿ ਜੇ ਕੱਲ ਨੂੰ ਜਿਵੇਂ ਰੌਲਾ ਹੈ ਕਿ ਕਾਮਰੇਡ ਵੀ ਉਹਨਾਂ ਦੇ ਨਾਲ ਜਾ ਰਹੇ ਨੇ, ਜੇ ਕਾਮਰੇਡ ਵੀ ਉਹਨਾਂ ਦੇ ਨਾਲ ਚਲੇ ਜਾਂਦੇ ਨੇ, ਉਹਨਾਂ ਦਾ ਵੀ ਦਿਹਾਤੀ ਬੇਸ ਹੈ, ਉਹ ਵੀ ਪੰਜਾਬ ਦੀਆਂ ਕਾਮਰੇਡਾਂ ਨੇ ਨਾ ਕਰ ਦਿੱਤੀ, ਉਹ ਕਹਿੰਦੇ ਨਹੀਂ ਅਸੀਂ ਨਹੀਂ ਜਾਵਾਂਗੇ। ਦੇਖੋ, ਕਹਿ ਦਿੱਤਾ ਉਹਨਾਂ ਨੇ, ਬੇਸ਼ੱਕ ਸੁਨੇਹਾ ਆ ਗਿਆ ਹੋਣਾ, ਅਜੇ ਤੱਕ ਸੁਨੇਹਾ ਆ ਗਿਆ ਹੋਣਾ। ਹਾਂਜੀ, ਨਹੀਂ, ਕਾਮਰੇਡ ਹਮੇਸ਼ਾ ਕਹਿੰਦੇ ਨੇ ਕਿ ਕਮਿਊਨਲ ਫੋਰਸਿਸ ਦੇ ਨਾਲ ਹੀ ਲੜਨਾ, ਇਹ ਤਾਂ ਸੈਕੂਲਰ ਬੰਦੇ ਆ, ਸੈਕੂਲਰ ਉਹਨਾਂ ਨੇ ਤੇ ਸਟੈਂਡ ਲੈ ਕੇ ਦੂਜੇ ਪਾਸੇ ਤੁਰ ਪੈਣਾ। ਅਜੇ ਤੱਕ ਉਹਨਾਂ ਦੀ ਗੱਲ ਚੱਲਦੀ ਹੈ। ਇਹੋ ਹੀ CPM ਕਿਸੇ ਵੇਲੇ ਉਹਨਾਂ ਨੂੰ ਡੈਮੋਕ੍ਰੈਟਿਕ ਪਾਰਟੀ ਕਹਿੰਦੀ ਸੀਗੀ, ਛੱਡ ਦਿਓ ਤੁਸੀਂ, ਇਹ ਦਿੱਲੀ ਦੇ ਫੈਸਲੇ ਹੈ ਬਸ। ਓਕੇ ਜੀ, ਆਪਾਂ ਮੁਕੰਮਲ ਹੋਣ ਅਜੇ ਮੈਨੂੰ ਜੋ ਲੱਗ ਰਿਹਾ, ਅਜੇ ਇਲੈਕਸ਼ਨਾਂ ਤੱਕ ਕੁਝ ਵੀ ਫਾਈਨਲ ਨਹੀਂ ਹੈਗਾ, ਕੁਝ ਪਤਾ ਨਹੀਂ। ਲੇਕਿਨ ਚਲੋ ਜੇ ਨਹੀਂ ਆਉਂਦੇ ਠੀਕ ਹੈ, ਕੋਈ ਗੱਲ ਨਹੀਂ। ਲੇਕਿਨ ਜਿਹੜਾ ਤੁਸੀਂ ਬਸਪਾ ਦਾ ਹੀ ਦੇਖੋ ਨਾ ਜੀ, ਬਸ ਦੂਸਰੀ ਗੱਲ, ਬਸਪਾ ਜਿਹੜੀ ਹੈਗੀ ਹੈ ਪਿਛਲੀਆਂ 2-3 ਇਲੈਕਸ਼ਨਾਂ 'ਚ ਬਸਪਾ ਜਸਟ ਇਲੈਕਸ਼ਨ ਲੜਨ ਲਈ ਉਹਨਾਂ ਦੇ ਉਮੀਦਵਾਰ ਇਲੈਕਸ਼ਨ ਲੜ ਰਹੇ ਸੀ। ਉਹਨਾਂ ਨੂੰ ਪਤਾ ਸੀ ਕਿ ਅਸੀਂ ਕੋਈ ਜਿੱਤਣਾ ਨਹੀਂ, ਸਾਡਾ ਕੋਈ MLA ਨਹੀਂ ਬਣਨਾ ਹੈਗਾ। ਲੇਕਿਨ ਐਤਕੀ ਉਹਨਾਂ ਨੂੰ ਇਹ ਸਮਝ ਪੈ ਰਹੀ ਹੈ ਕਿ ਸਾਡੇ ਕੁਝ ਬੰਦੇ ਜਿੱਤ ਵੀ ਸਕਦੇ ਨੇ। ਉਹਨਾਂ ਨੂੰ ਮੇਰੇ ਖਿਆਲ ਮਾਇਆ ਦੇ ਗੱਫੇ ਵੀ ਮਿਲ ਜਾਣਗੇ ਅਕਾਲੀਆਂ ਕੋਲੋਂ, ਔਰ ਉਹ ਇਲੈਕਸ਼ਨ ਲੜਨ ਲਈ ਉਹਨਾਂ ਨੂੰ ਉਨੀ ਮੁਸ਼ਕਿਲ ਨਹੀਂ ਆਏਗੀ ਜਿਵੇਂ ਕਿ ਪਹਿਲਾਂ ਉਹਨਾਂ ਦੇ ਕੋਲ ਬਿਨਾਂ ਪੈਸੇ ਦੇ ਲੜਦੇ ਸੀ। ਤਾਂ ਮੈਨੂੰ ਇਹ ਲੱਗਦਾ ਕਿ ਜੀ ਸਰ, ਇੱਕ ਸਵਾਲ ਮੈਂ ਹੋਰ ਲੈਣਾ ਚਾਹਾਂਗਾ, ਜਿਹੜਾ ਪ੍ਰਾਸ਼ੀ ਤੋਂ ਮੈਂ ਸਵਾਲ ਲਿਆ ਸੀ
ਉਹ ਇਹ ਹੈ ਕਿ ਪੰਜਾਬ ਦੇ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਦਲਿਤ ਬਹੁਤ ਵੱਡਾ ਵੋਟ ਬੈਂਕ ਹੈ। ਜੇ ਆਪਾਂ ਹਿੰਦੂ ਵੋਟ ਬੈਂਕ ਦੇ ਤੌਰ ਤੇ ਗੱਲ ਕਰੀਏ ਉਹ ਵੀ ਬਹੁਤ ਵੱਡੀ ਵਸੋਂ ਹੈਗੀ ਹੈ। ਕਿਧਰੇ ਇਹ ਵੀ ਲੱਗਦਾ ਕਿ ਅਕਾਲੀ ਦਲ ਤੇ ਬਸਪਾ ਜਦੋਂ ਇਕੱਠੇ ਹੁੰਦੇ ਹੈ ਤਾਂ ਦਲਿਤ ਵੋਟ ਇਸ ਪਾਸੇ ਆਏਗੀ ਤਾਂ ਕਾਂਗਰਸ ਨੂੰ ਵੀ ਇੱਕ ਵੱਡੀ ਇਹਦੇ ਤੇ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਦੇਖੋ, ਇਹ ਨੁਕਸਾਨ ਹੀ ਕਾਂਗਰਸ ਦਾ ਹੋਣਾ ਹੈ। ਇਹ ਜਿਹੜੀ ਪ੍ਰਾਸ਼ਰ ਸਾਹਿਬ ਨੇ ਗੱਲ ਕਹੀ ਹੈ ਨਾ ਬੀਜੇਪੀ ਵਾਲੀ, ਉਹ ਬੜੀ ਲੌਜੀਕਲ ਹੈ ਔਰ ਠੀਕ ਮੈਨੂੰ ਲੱਗਦੀ ਹੈ। ਮੈਂ ਤੁਹਾਨੂੰ ਉਹਦੀ ਉਦਾਹਰਨ ਦੇਣਾ। ਤੁਸੀਂ ਦੇਖੋ 3 ਪਠਾਨਕੋਟ ਦੀਆਂ ਸੀਟਾਂ ਜਿਹੜੀਆਂ ਨੇ ਉਹ ਇਹਨਾਂ ਨੇ ਬਸਪਾ ਨੂੰ ਦੇ ਦਿੱਤੀਆਂ ਅਕਾਲੀਆਂ ਨੇ। ਹੁਣ ਇਹਦਾ ਤੁਹਾਨੂੰ ਕੀ ਲੌਜੀਕ ਨਜ਼ਰ ਆਉਂਦਾ? ਬੇਸਿਕਲੀ ਉਹ ਉੱਥੇ ਕੋਈ ਬਸਪਾ ਤੇ ਹੈ ਹੀ ਨਹੀਂ। ਕਦੀ ਵੀ ਅੱਜ ਤੱਕ ਪਠਾਨਕੋਟ 'ਚ ਕਦੀ ਸੁਣਿਆ ਹੀ ਨਹੀਂ ਕਿਸੇ ਨੇ ਕਿ ਬਸਪਾ ਦਾ ਕੋਈ ਤਾਂ ਯੂਨਿਟ ਸੀ। ਪਰਪਸ ਕੀ ਹੈਗਾ ਹੈ ਕਿ ਜੇ ਉਥੋਂ ਦਲਿਤ ਵੋਟ ਟੁੱਟ ਜਾਂਦਾ ਹੈ, ਉਹ ਕਾਂਗਰਸ ਦਾ ਵੋਟ ਟੁੱਟੇਗਾ ਔਰ ਉਹ ਬੀਜੇਪੀ ਸੀਟਾਂ ਜਿੱਤੇਗੀ। ਅਕਾਲੀ ਦਲ ਵੈਸੇ ਹੋਰ ਕੋਈ ਪਾਰਟੀ ਤੋਂ ਤੇ ਹੈ ਹੀ ਨਹੀਂ, ਉੱਥੇ ਟੱਕਰ ਹੀ ਕਾਂਗਰਸ ਤੇ ਬੀਜੇਪੀ ਦੀ ਹੁੰਦੀ ਹੈ। ਉਹ ਸਿਰਫ ਮੇਰੇ ਖਿਆਲ 'ਚ ਜਿਹੜਾ ਅਕਾਲੀ ਦਲ ਦਾ ਵੀ ਨਿਸ਼ਾਨਾ ਇਹ ਹੈਗਾ ਹੈ ਕਿ ਅਸੀਂ ਕਾਂਗਰਸ ਦੀਆਂ ਸੀਟਾਂ ਹਰਾਈਏ, ਬੀਜੇਪੀ ਜਿੱਤਦੀ ਜਿੱਤ ਜਾਏ। ਬੀਜੇਪੀ ਦਾ ਅਕਾਲੀਆਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈਗਾ, ਲੇਕਿਨ ਜੇ ਕਾਂਗਰਸ ਸੀਟਾਂ ਲੂਜ਼ ਕਰਦੀ ਹੈ। ਸਰ ਬਹੁਤ ਵੱਡਾ ਸਵਾਲ ਤੁਸੀਂ ਵੀ ਲੈ ਰਹੇ ਹੋ। ਜੇ ਗੱਲ ਕਰਦੇ ਆਪਾਂ ਜਿੱਦਾਂ ਪਠਾਨਕੋਟ ਦਾ, ਗੁਰਦਾਸਪੁਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਜੇ ਸਮਝੌਤੇ ਦਾ ਫਾਇਦਾ ਬੀਜੇਪੀ ਨੂੰ ਹੁੰਦਾ, ਕਾਂਗਰਸ ਲੂਜ਼ ਕਰਦੀ ਹੈ, ਫਿਰ ਤੁਹਾਡੇ ਕਮੈਂਟਸ ਮੁਤਾਬਕ ਤਾਂ ਜੇ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਤੋਂ ਬਾਅਦ ਇਹੋ ਜਿਹੀ ਸਥਿਤੀ ਵੀ ਬਣ ਸਕਦੀ ਕਿ ਅਕਾਲੀ ਦਲ ਤੇ ਬੀਜੇਪੀ ਮੁੜ ਕੇ ਵੀ ਹੱਥ ਮਿਲਾ ਸਕਦੇ ਆ। ਦੇਖੋ, ਨਾ ਵੀ ਮਿਲਾ ਵੀ ਸਕਦੇ ਨੇ, ਪਰ ਜੇ ਨਾ ਵੀ ਮਿਲਾਨ, ਤੁਸੀਂ ਦੇਖੋ ਪਠਾਨਕੋਟ ਹੈਗਾ, ਹੁਸ਼ਿਆਰਪੁਰ ਹੈਗਾ, ਕੁਝ ਇਹੋ ਜਿਹੀਆਂ ਸੀਟਾਂ ਨੇ ਜਿੱਥੇ ਕਿ ਡਾਇਰੈਕਟ ਫਾਈਟ ਹੁੰਦੀ ਹੈ ਬਿਟਵੀਨ ਕਾਂਗਰਸ ਐਂਡ ਬੀਜੇਪੀ। ਉਹਨਾਂ ਸੀਟਾਂ ਤੇ ਜੇ ਕਾਂਗਰਸ ਦੀ ਵੋਟ ਟੁੱਟ ਜਾਂਦੀ ਹੈ, ਜੇ ਕਾਂਗਰਸ ਦੀ ਵੋਟ ਬੀਐਸਪੀ ਤੋੜਦੀ ਹੈਗੀ ਹੈ, ਔਰ ਉਹ ਸੀਟਾਂ ਇਹਨਾਂ ਨੇ ਤੁਸੀਂ ਦੇਖੋ ਹੁਸ਼ਿਆਰਪੁਰ ਦੀਆਂ ਸੀਟਾਂ ਵੀ ਉਹਨਾਂ ਨੂੰ ਦੇਤੀਆਂ ਬੀਐਸਪੀ ਨੂੰ। ਜੇ ਉਹ ਕਾਂਗਰਸ ਦੀ ਵੋਟ ਟੁੱਟਦੀ ਹੈਗੀ ਹੈ ਤਾਂ ਨੁਕਸਾਨ ਕਾਂਗਰਸ ਦਾ ਹੁੰਦਾ ਹੈ, ਤੇ ਜੇ ਬੀਜੇਪੀ ਉੱਥੋਂ ਜਿੱਤਦੀ ਹੈ, ਅਕਾਲੀ ਇਹ ਸਮਝਦੇ ਨੇ ਕਿ ਸਾਡੀ ਡਾਇਰੈਕਟ ਫਾਈਟ ਇਸ ਵੇਲੇ ਕਾਂਗਰਸ ਨਾਲ ਹੈ, ਤੇ ਜੇ ਕਾਂਗਰਸ ਦੀ ਗਿਣਤੀ ਘਟਦੀ ਹੈਗੀ ਹੈ ਤੇ ਉਹ ਅਕਾਲੀਆਂ ਨੂੰ ਫਾਇਦਾ ਹੈਗਾ। ਤਾਂ ਮੇਰੇ ਖਿਆਲ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਅਕਾਲੀ ਵੀ ਬੜੀ ਸੋਚ ਸਮਝ ਕੇ ਚੱਲ ਰਹੇ ਨੇ, ਔਰ ਸ਼ਾਇਦ ਇਹ ਗੱਲ ਹੋ ਸਕਦੀ ਹੈ ਕਿਤੇ ਕਿ ਬੀਜੇਪੀ ਦੇ ਦਿਮਾਗ 'ਚ ਵੀ ਇਹ ਗੱਲ ਜ਼ਰੂਰ ਹੋਵੇ ਕਿ ਜੇ ਬੀਐਸਪੀ ਪੰਜਾਬ 'ਚ ਲੜਦੀ ਹੈ ਉਹਨਾਂ ਨੂੰ ਐਡਵਾਂਟੇਜ ਹੋਏਗੀ, ਉਹ ਫਾਇਦਾ ਉਠਾ ਸਕਦੇ ਨੇ ਇਸ ਗੱਲ ਦਾ। ਸ਼ਾਇਦ ਉਸੇ ਲਈ ਉਹ ਉਸ ਗੱਲ ਲਈ ਖਾਮੋਸ਼ ਹੋਣਗੇ। ਅਦਰਵਾਈਜ਼ ਪਹਿਲਾਂ ਲੋਕ ਇਹੀ ਕਹਿੰਦੇ ਸੀ ਕਿ ਮਾਇਆਵਤੀ ਬਿਨਾਂ ਬੀਜੇਪੀ ਦੇ ਇਸ਼ਾਰੇ ਦੇ ਪੰਜਾਬ 'ਚ ਚੋਣ ਨਹੀਂ ਲੜੇ, ਜਾ ਨਹੀਂ ਸਕਦੀ। ਬਿਲਕੁਲ। ਪ੍ਰੈਸਾ ਤੁਸੀਂ ਇਸ ਮੁੱਦੇ ਤੇ ਅਕਾਲੀ ਦਲ ਜਿਹੜਾ ਬਸਪਾ ਗੱਠਜੋੜ ਹੈ ਪੋਲੀਟੀਕਲ ਤੌਰ ਤੇ ਕਿੰਨਾ ਕੁ ਸੀਨ ਚੇਂਜ ਕਰੇਗਾ, ਇਹਦੇ ਤੇ ਕਮੈਂਟਸ ਜ਼ਰੂਰ ਕਰਿਓ। ਪਰ ਇੱਕ ਜਿਹੜਾ ਡਿਬੇਟ ਤੋਂ ਸਵਾਲ ਉੱਭਰ ਕੇ ਸਾਹਮਣੇ ਆਇਆ ਜਿਹਦੇ 'ਚ ਰਾਸ਼ੀ ਜੀ ਨੇ ਗੱਲ ਕੀਤੀ ਹੈ, ਕਮਲ ਜੀ ਨੇ ਗੱਲ ਕੀਤੀ ਹੈ, ਕਿਧਰੇ ਇਹ ਵੀ ਗਿਣਤੀਆਂ ਮਿੰਤੀਆਂ ਹੋ ਸਕਦੀਆਂ ਕਿ ਬੀਜੇਪੀ ਖੁਦ ਹੀ ਚਾਹੁੰਦੀ ਹੋਵੇ ਕਿ ਬਸਪਾ ਤੇ ਅਗਰ ਅਕਾਲੀ ਇਕੱਠੇ ਹੋ ਕੇ ਲੜਦੇ ਹੈ ਤਾਂ ਉਹਨਾਂ ਦੇ ਪੋਲੀਟੀਕਲ ਕੈਰੀਅਰ ਦੇ ਤੌਰ ਤੇ ਜਾਂ ਪੋਲੀਟੀਕਲ ਭਵਿੱਖ ਦੇ ਲਈ ਇਹ ਉਹਨਾਂ ਲਈ ਵੀ ਫਾਇਦੇਮੰਦ ਰਹਿ ਸਕਦਾ ਹੈ। ਜਿਹੜੀ ਲਾਸਟ ਗੱਲ ਕਹਿੰਦੇ ਆ ਬੜਾ ਮੁਸ਼ਕਿਲ ਹੈ ਕਹਿਣਾ, ਕਿਉਂਕਿ ਇੱਕ ਵਾਰੀ ਜਦੋਂ ਤੋੜ ਵਿਛੋੜਾ ਹੋਇਆ ਉਹ ਤੇ ਆਪਣਾ ਵੋਟ ਬੈਂਕ ਜਿਹੜਾ ਬਣਾਉਣਾ ਚਾਹੁੰਦੇ ਆ, ਚੀਫ ਮਿਨਿਸਟਰ ਜਿਹੜਾ ਦਲਿਤਾਂ ਦੇ ਵਿੱਚੋਂ ਖੜਾ ਕਰਕੇ, ਔਰ ਬਾਕੀ ਇੱਧਰੋਂ ਉੱਧਰੋਂ ਛੋਟੀਆਂ ਪਾਰਟੀਆਂ ਧੜਾ ਧੜ ਬੈਕਅਪ ਹੋ ਕੇ ਖੜੀਆਂ ਹੋ ਰਹੀਆਂ, ਜਿਹੜੀਆਂ 4-5 ਤੇ ਬਣ ਵੀ ਗਈਆਂ, 8-10 ਦਰਜਨ ਕਿ ਸ਼ਾਇਦ ਹੋਰ ਬਣ ਜਾਣੀਆਂ। ਉਹ ਖਲਾਰਾ ਆਪਣੀ ਵੋਟਾਂ ਦਾ ਪਾ ਕੇ ਕਾਫੀ ਆਪਣੀ ਗੇਮ ਬੀਜੇਪੀ, ਕਿਉਂਕਿ ਪੈਸਾ ਬਹੁਤ ਹੈਗਾ, ਪੈਸੇ ਦੀ ਕੋਈ ਕਮੀ ਨਹੀਂ, ਔਰ ਸਾਡੇ ਬਹੁਤੇ ਬੰਦੇ ਇਸ ਤਰ੍ਹਾਂ ਕਿ ਪੈਸੇ ਦੇ ਪਿੱਛੇ ਚੱਲ ਹੀ ਪੈਂਦੇ ਕਿ ਚਲੋ ਜੇ ਹੋਰ ਕੁਛ ਨਾ ਹੋਊ ਤੇ ਇੱਕ ਰੌਲਾ ਰੱਪਾ ਤੇ ਪਾ ਹੀ ਦਿਆਂਗੇ, ਨਾ ਹੋ ਜਾਊਗਾ ਲੋਕਾਂ 'ਚ ਚਲੇ ਜਾਊਗਾ ਪੈਸੇ ਦੇ ਨਾਲ ਪੋਸਟਰਬਾਜ਼ੀ। ਇਹ ਪ੍ਰੈਸਾ ਮੈਂ ਮਾਫੀ ਮੰਗ ਕੇ ਥੋੜਾ ਜਿਹਾ ਕਮੈਂਟ ਕਰਾਂਗਾ। ਤੁਸੀਂ ਵੀ ਜਾਂਦੇ ਰਹੇ ਹੋਗੇ ਜਦੋਂ ਫਤਿਹਗੜ੍ਹ ਸਾਹਿਬ ਜਾਂ ਦੂਜੇ ਜਿਹੜੇ ਸ਼ਹੀਦੀ ਜੋੜ ਮੇਲੇ ਆਉਂਦੇ ਨਾ, ਉੱਥੇ ਕਈ ਦੁਕਾਨਾਂ ਇਸ ਲਈ ਨਹੀਂ ਲੱਗਦੀਆਂ ਕਿ ਧਾਰਮਿਕ ਤੌਰ ਤੇ ਜਾਂਦੇ ਆ, ਉਹ ਇਸ ਲਈ ਜਾਂਦੇ ਆ ਕਿ ਚਲੋ 4 ਪੈਸੇ ਕਮਾਵਾਂਗੇ, ਆਪਾਂ ਪਕੌੜੇ ਵੇਚਾਂਗੇ, ਚਾਹ ਵੇਚਾਂਗੇ, ਤੇ ਚਲੋ ਸਾਡੇ ਇਹਦੇ ਨਾਲ ਹੀ ਹੱਥ ਰੰਗੇ ਜਾਣਗੇ। ਗੁਰਦੁਆਰਾ ਸਾਹਿਬ ਤਾਂ ਪਤਾ ਨਹੀਂ ਮੱਥਾ ਟੇਕਣ ਜਾਣ ਕਿ ਨਾ ਜਾਣ। ਉਹ ਇਹ ਚੱਲਦਾ ਹੈ, ਸਾਰਾ ਕੁਝ ਹੁੰਦਾ ਆ। ਇਸ ਲਈ ਇਹ ਜਿਹੜੀ ਤੁਹਾਡੇ ਮਨ 'ਚ ਆ ਰਹੀ ਹੈ ਕਿ ਕੀ ਇਹ ਹੱਥ ਮਿਲਾ ਸਕਦੇ ਆ, ਵੈਸੇ ਤੇ ਆਪਾਂ ਬਹੁਤਾ ਰਾਜਨੀਤਿਕ ਲੀਡਰਾਂ ਦੇ ਭਾਸ਼ਣਾਂ ਤੇ ਗੱਲਾਂ ਦੇ ਉੱਤੇ ਭਰੋਸਾ ਨਹੀਂ ਕਰ ਸਕਦੇ, ਹੈ ਨਾ। ਪਰ ਸੁਖਬੀਰ ਬਾਦਲ ਜਾਂ ਹੋਰ ਉਹਨਾਂ ਨੇ ਜਦੋਂ ਜੁਆਇਨਿੰਗ ਹੈਂਡ ਵਾਲੀ ਗੱਲ ਕੀਤੀ ਵੀ ਇਹ ਸਾਡਾ ਇੰਡਿਊਰੇਬਲ, ਵੀ ਇਹ ਸਸਟੇਨੇਬਲ, ਵੀ ਲੰਬੇ ਦੌਰ ਤੱਕ ਇਹ ਸਾਡਾ ਚੱਲੂਗਾ, ਇਹ ਸਾਡਾ ਜਿਹੜਾ ਗੱਠਜੋੜ ਆ ਵੀ ਅਸੀਂ ਇਹ ਹੁਣ ਲਈ ਨਹੀਂ ਕੀਤਾ, ਗਾਂ ਵੀ ਚੱਲੂਗਾ। ਇਹਦਾ ਮਤਲਬ ਪਾਰਲੀਮੈਂਟ 'ਚ ਵੀ ਇਲੈਕਸ਼ਨ, ਜਨਰਲ ਇਲੈਕਸ਼ਨ 'ਚ ਵੀ ਚੱਲੂਗਾ, ਹੋ ਸਕਦਾ ਥੱਲੇ ਤੱਕ ਪਿੰਡਾਂ ਤੱਕ ਵੀ ਚੱਲੇ। ਪਰ ਮੇਰਾ ਓਵਰਆਲ ਕਹਿਣਾ ਹੈ ਕਿ ਇਹ ਜਿਹੜਾ ਅਕਾਲੀ ਦਲ ਦਾ ਜੋ ਜਿਸ ਕਿਸਮ ਦੀ ਇਹਨਾਂ ਦੀ ਰੀਜਨਲ ਪਾਰਟੀ ਦੀ ਇੱਕ ਛਵੀ ਰਹੀ ਹੈ, ਜਾਂ ਜੋ ਇਹਨਾਂ ਦਾ ਪਾਰਟੀ ਦਾ ਪ੍ਰੋਗਰਾਮ ਹੈ, ਮੈਂ ਦੁਬਾਰਾ ਪੜ੍ਹਿਆ 12 ਦੇ 12 ਪੇਜ ਇਹਨਾਂ ਦੇ,
ਉਹ ਸਾਰਿਆਂ ਤੋਂ ਇਹ ਲੱਗਦਾ ਕਿ ਇਹਨਾਂ ਦਾ ਅਸਲ 'ਚ ਨੈਚੁਰਲ ਅਲਾਈ ਹੀ ਬੀਐਸਪੀ ਆ। ਇਹਨਾਂ ਨੇ ਕੀ ਲੈਣਾ ਮੈਨੂੰ ਬੀਜੇਪੀ ਦੇ ਉਸ ਏਜੰਡੇ ਤੋਂ, ਜਿਹੜੀ ਕਿ ਘੱਟ ਗਿਣਤੀਆਂ ਬਹੁ ਗਿਣਤੀਆਂ ਦੇ ਵਿਚਾਲੇ ਹਮੇਸ਼ਾ ਇੱਕ ਜੰਗ ਛੇੜ ਕੇ ਰੱਖਦੀ ਹੈ। ਇਹ ਇੱਕ ਘੱਟ ਗਿਣਤੀ ਹੈ। ਜੇ ਕਿਤੇ ਪਹਿਲਾਂ ਬਾਹਰ ਹੁੰਦੇ, ਬੀਜੇਪੀ ਦੇ ਨਾਲ ਨਾ ਹੁੰਦੇ, ਇਹਨਾਂ ਨੇ ਡਟ ਕੇ ਸਟੈਂਡ ਲਿਆ ਹੋਣਾ ਸੀ ਜੰਮੂ ਕਸ਼ਮੀਰ ਤੇ, ਇਹਨਾਂ ਨੇ ਡਟ ਕੇ ਸਟੈਂਡ ਲਿਆ ਹੋਣਾ ਸੀ ਸੀਏਏ ਦੇ ਉੱਤੇ, ਔਰ ਇਹਨਾਂ ਦੀ ਇੱਕ ਛਵੀ, ਇੱਕ ਸਟਰੋਂਗ ਰੀਜਨਲ ਆਇਡੈਂਟੀਟੀ ਵਾਲੀ ਬਣਨੀ ਸੀ। ਇਹਨਾਂ ਦੀ ਪੋਲਿਟਿਕਸ ਹੀ ਸੂਟ ਕਰਦਾ। ਪ੍ਰੈਸਾ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਮੁੜ ਕੇ ਆਪਣੀ ਜਿਹੜੀ ਰਵਾਇਤੀ ਖਾਸੇ ਵੱਲ, ਜਿੱਦਾਂ ਤੁਸੀਂ ਰੀਜਨਲ ਖਾਸੇ ਵੱਲ ਗੱਲ ਕਰਦੇ ਹੋ ਕਿ ਜੋ ਗੱਲ ਆਪਾਂ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ, ਦੇਸ਼ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ, ਫੈਡਰਲ ਸਿਸਟਮ ਦੀ ਗੱਲ ਕਰਦੇ ਹਾਂ, ਅਕਾਲੀ ਦਲ ਮੁੜ ਕੇ ਉਸ ਪਾਸੇ ਵੱਲ ਨੂੰ ਮੋੜਾ ਕੱਢਦਾ ਨਜ਼ਰ ਆ ਰਿਹਾ। 20ਵੀਂ ਦੇ ਸਮਝੌਤਾ ਕਿਤੇ ਵੀ ਕਨਵੇ ਕਰਦਾ ਗੱਲ। ਦੇਖੋ, ਅਸੀਂ ਤੇ ਅਰਦਾਸਾਂ ਇਹੋ ਹੀ ਕਰਦੇ ਹਾਂ ਕਿ ਇਹ ਇੰਜ ਰਹਿਣ। ਕਿਉਂ ਕਰਦੇ ਆ? ਸਾਡੇ ਪੰਜਾਬ ਦੇ ਹਿੱਤ 'ਚ। ਇਹ ਨਹੀਂ ਕਿ ਸਾਨੂੰ ਕੋਈ ਅਕਾਲੀ ਦਲ ਦੇ ਨਾਲ ਪਿਆਰ ਆ। ਰੀਜਨਲ ਪਾਰਟੀਆਂ ਸਾਰੀਆਂ ਕੋਈ ਵੀ ਤਕੜੀਆਂ ਹੋਣ, ਟੀਐਮਸੀ ਆ, ਸਪਾ ਹੈ, ਉਹ ਤਕੜੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਜਿਹੜੀ ਕੇਂਦਰੀਕਰਨ ਵੱਡੇ ਪੱਧਰ ਤੇ ਰਾਜਨੀਤੀ ਦਾ ਹੋ ਰਿਹਾ, ਨੀਤੀਆਂ ਦਾ ਤੇ ਰਾਜਨੀਤੀਆਂ ਦਾ, ਉਹ ਸਾਰਾ ਸਾਡੇ ਤੇ ਸੰਵਿਧਾਨ ਤੱਕ ਖਤਰੇ ਦੇ ਵਿੱਚ ਹੈ। ਇਸ ਕਰਕੇ ਸਾਰੇ ਖਤਰੇ ਦੇ ਵਿੱਚੋਂ ਨਿਕਲਣ ਦਾ ਇੱਕੋ ਹੀ ਤਰੀਕਾ ਕਿ ਫੈਡਰਲ ਢਾਂਚੇ ਨੂੰ ਮਜ਼ਬੂਤ ਕੀਤਾ ਜਾਏ, ਉਹਦੇ 'ਚ ਰੀਜਨਲ ਪਾਰਟੀ ਅਕਾਲੀ ਦਾ ਇੱਕ ਤਕੜੇ ਹੋਣਾ ਇਸ ਦੇਸ਼ ਦੇ ਸਮੁੱਚੇ ਓਵਰਆਲ ਪੋਲਿਟਿਕਸ ਦੇ ਵਿੱਚ, ਇਹ ਅੱਜ ਦੀ ਪੋਲਿਟਿਕਸ ਵਿੱਚ ਬੜੀ ਅਹਿਮ ਭੂਮਿਕਾ ਆ। ਪਰ ਬਾਕੀ ਕਈ ਵਾਰੀ ਇਹ ਜ਼ਰੂਰ ਤੁਹਾਡੀ ਗੱਲ ਹੈ, ਖਦਸ਼ਾ ਹਮੇਸ਼ਾ ਬਣਿਆ ਰਹਿੰਦਾ ਕਿ ਸੱਤਾ ਦੇ ਲਾਲਚ ਦੇ ਵਿੱਚ ਕਿਸੇ ਨਾਲ ਲੋਕ ਰਾਤੋਂ ਰਾਤ ਕਰ, ਔਰ ਕੋਈ ਵੀ ਇਹਨਾਂ ਦਾ ਕਿਸੇ ਵੀ ਪੱਧਰ ਤੇ 25 ਸਾਲ ਬੀਜੇਪੀ 'ਚ ਬਣੇ ਰਹਿਣਾ ਤੇ 9 ਮਾਰਚ ਦੇ ਰਿਸ਼ਤੇ ਦਾ ਪ੍ਰਚਾਰ ਕਰਦੇ ਰਹਿਣਾ ਤੇ ਆਪਣਾ ਪੱਠਾ ਬਿਠਾ ਲੈਣਾ, 14 ਸੀਟਾਂ ਤੇ ਆ ਜਾਣਾ, ਇਹ ਇਹਨਾਂ ਨੂੰ ਸੂਟ ਨਹੀਂ ਸੀ ਕਰਦਾ। ਇਹਨਾਂ ਨੇ ਬਿਲਕੁਲ ਆਪਣੇ ਪਾਰਟੀ ਦੇ ਪ੍ਰੋਗਰਾਮ, ਆਪਣੀ ਪੋਲਿਟਿਕਸ ਦੇ ਵਿਰੁੱਧ ਜਾ ਕੇ ਕੀਤਾ, ਸੱਤਾ ਦੇ ਲਾਲਚ 'ਚ ਕੀਤਾ। ਜੇ ਹੁਣ ਦੁਬਾਰਾ ਕਰਨਗੇ ਤਾਂ ਫਿਰ ਦੁਬਾਰਾ ਉੱਥੇ ਪਹੁੰਚ ਜਾਣਗੇ। ਮੈਨੂੰ ਲੱਗਦਾ ਫਿਰ ਕੋਈ ਹੋਰ ਸ਼ਕਤੀਆਂ ਆ ਜਾਣਗੀਆਂ। ਪਰ ਇਹ ਜਿਹੜਾ ਇਹਨਾਂ ਨੇ ਅਲਾਇੰਸ ਬਣਾਇਆ, ਇਹਦੇ ਰਿਜ਼ਲਟ ਵੀ ਮੈਨੂੰ ਇਹ ਲੱਗਦਾ ਕਿ ਇਹਦੇ ਰਿਜ਼ਲਟ ਵੀ ਪੋਲੀਟੀਕਲੀ ਵੀ ਹੋਣਗੀਆਂ, ਚੋਣਾਂ 'ਚ ਵੀ ਪੋਜ਼ਿਟਿਵ ਹੋਣਗੇ ਤੇ ਲੌਂਗ ਰਨ ਇਹਨਾਂ ਦੇ ਪਾਰਟੀ ਦੇ ਪ੍ਰੋਗਰਾਮ ਤੇ ਪੋਲਿਟਿਕਸ ਲਈ ਵੀ ਇੱਕ ਸੂਟੇਬਲ ਕਿਸਮ ਦਾ ਅਲਾਇੰਸ ਹੈਗਾ। ਹਾਂਜੀ, ਥੈਂਕ ਯੂ। ਹਰਕਮਲ ਜੀ, ਜਦੋਂ ਪੰਜਾਬ ਦੇ ਸਮੁੱਚੇ ਪੋਲੀਟੀਕਲ ਸੀਨ ਦੀ ਪੋਲੀਟੀਕਲ ਪਾਰਟੀਆਂ ਦਾ ਆਪਾਂ ਜ਼ਿਕਰ ਕਰਦੇ ਹਾਂ, ਕਾਂਗਰਸ ਦੀ ਗੱਲ ਕੀਤੀ ਆ, ਅਕਾਲੀ ਦਲ ਬਸਪਾ ਦੀ ਗੱਲ ਕੀਤੀ ਹੈ, ਬੀਜੇਪੀ ਦੇ ਸਾਹਮਣੇ ਹੈ, ਜੋ ਮੌਜੂਦਾ ਪ੍ਰਸਥਿਤੀਆਂ ਬਣੀਆਂ ਹੋਈਆਂ, ਤੁਹਾਨੂੰ ਲੱਗਦਾ ਕਿ ਇਸ ਵੇਲੇ ਪੰਜਾਬ ਦੀਆਂ ਜਿਹੜੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਹੈ, ਉਹਨਾਂ ਦੀ ਕਿਧਰੇ ਭਰੋਸੇਯੋਗਤਾ ਨੂੰ ਖੁਰਾ ਲੱਗਦਾ ਵੀ ਨਜ਼ਰ ਆ ਰਿਹਾ ਹੈ? ਪ੍ਰੈਸ਼ਰ ਜੀ ਮੈਂ ਆ ਰਿਹਾ ਤੁਹਾਡੇ ਵੱਲ। ਦੇਖੋ, ਗੱਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਬਿਲਕੁਲ ਠੀਕ ਹੈ। ਭਰੋਸੇਯੋਗਤਾ ਵਾਲੀ ਗੱਲ ਤੇ ਹੋ ਗਈ ਖਤਮ ਪੋਲੀਟੀਕਲ ਪਾਰਟੀਆਂ ਦੀ। ਮੇਰੇ ਖਿਆਲ 'ਚ ਪੰਜਾਬ ਦੇ ਲੋਕਾਂ ਨੂੰ ਭਰੋਸਾ ਤੇ ਕਿਸੇ ਪਾਰਟੀ ਤੇ ਵੀ ਨਹੀਂ ਹੈਗਾ ਇਸ ਵੇਲੇ। ਨਾ ਉਹਨਾਂ ਨੂੰ ਕਾਂਗਰਸ ਤੇ ਭਰੋਸਾ ਹੈਗਾ ਇਸ ਵੇਲੇ, ਨਾ ਕਾਂਗਰਸ ਦੀ ਲੀਡਰਸ਼ਿਪ ਤੇ ਭਰੋਸਾ ਹੈਗਾ, ਨਾ ਉਹਨਾਂ ਨੂੰ ਅਕਾਲੀ ਦਲ ਤੇ ਕੋਈ ਭਰੋਸਾ ਉਹਨਾਂ ਦਾ ਬਣ ਰਿਹਾ ਹੈਗਾ, ਨਾ ਉਹਨਾਂ ਦਾ ਜਿਹੜੀਆਂ ਬਾਕੀ ਬੀਜੇਪੀ ਹੈਗੀ ਏ ਜਾਂ ਜਿਹੜੀਆਂ ਬਾਕੀ ਆਮ ਆਦਮੀ ਪਾਰਟੀ ਹੈ ਉਹਨਾਂ ਤੇ ਉਹਨਾਂ ਦਾ ਕੋਈ ਭਰੋਸਾ ਬਣ ਸਕਿਆ ਹੈਗਾ। ਇਹ ਇੱਕ ਤੁਸੀਂ ਕਹਿ ਸਕਦੇ ਹੋ ਕਿ ਬੜੀ ਹੈਰਾਨੀ ਵਾਲੀ ਗੱਲ ਵੀ ਹੈਗੀ ਹੈ, ਔਰ ਪੰਜਾਬ ਲਈ ਇੱਕ ਬਹੁਤ ਮੰਦਭਾਗੀ ਗੱਲ ਵੀ ਹੈਗੀ ਹੈ ਕਿ ਕੋਈ ਇਹੋ ਜਿਹੀ ਪਾਰਟੀ ਨਹੀਂ ਜਿਹਨੂੰ ਅਸੀਂ ਇਹ ਕਹਿ ਸਕੀਏ ਕਿ ਪੰਜਾਬ ਦੇ ਲੋਕਾਂ 'ਚ ਉਹਦੇ ਲਈ ਕੋਈ ਪਿਆਰ ਹੈਗਾ, ਕੋਈ ਉਹ ਹਰਮਨ ਪਿਆਰੀ ਹੈਗੀ ਹੈ, ਜਾਂ ਪੰਜਾਬ ਦੇ ਲੋਕ ਸਮਝਦੇ ਨੇ ਕਿ ਉਹ ਉਹਨਾਂ ਦੇ ਅਧਿਕਾਰਾਂ ਲਈ, ਉਹਨਾਂ ਦੇ ਮੰਗਾਂ ਲਈ ਲੜ ਸਕਦੀ ਹੈ ਜਾਂ ਇਮਾਨਦਾਰੀ ਨਾਲ ਉਹਨਾਂ ਦੀਆਂ ਜਿਹੜੇ ਇਸ਼ੂਜ਼ ਨੇ ਉੱਥੇ ਖੜੀ ਹੋਏਗੀ। ਈਵਨ ਜਿਹੜਾ ਜਿਵੇਂ ਕਹਿ ਰਹੇ ਨੇ ਪ੍ਰੋਫੈਸਰ ਸਾਹਿਬ ਕਹਿ ਰਹੇ ਨੇ, ਅਕਾਲੀ ਦਲ ਜਿਹੋ ਜਿਹਾ ਅਕਾਲੀ ਦਲ ਅੱਜ ਦੀ ਡੇਟ ਸਾਡੇ ਸਾਹਮਣੇ ਹੁਣ ਆ ਗਿਆ ਹੈ, ਮੈਨੂੰ ਨਹੀਂ ਲੱਗਦਾ ਕਿ ਇਹ ਜੇ ਤੁਸੀਂ ਕਹੋ ਕਿ ਇਹ ਹੁਣ ਕੋਈ ਫੈਡਰਲ ਢਾਂਚਾ ਜਾਂ ਕੋਈ ਜਿਹੜੇ ਪੁਰਾਣੇ ਇਸ਼ੂਜ਼ ਹੈਗੇ ਸੀ ਕਿ ਜਿਹੜੇ ਇਹ ਕਹਿੰਦੇ ਹੁੰਦੇ ਸੀ ਕਿ ਖੁਦ ਮੁਖਤਿਆਰੀ ਦੀ ਗੱਲ ਕਰਦੇ ਹੁੰਦੇ ਸੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਸੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਹੁੰਦੇ ਸੀ, ਉਹ ਜਿਹੜੀ ਆਟੋਨਮੀ ਦੀ ਇੰਟਰਨਲ, ਉਹ ਕੁਝ ਵੀ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਕੋਈ ਹੁਣ ਪ੍ਰੋਗਰਾਮ ਰਹਿ ਗਿਆ। ਇਹ ਹੁਣ ਜਿਹੜੇ ਪ੍ਰੈਜ਼ੈਂਟ ਲੀਡਰਸ਼ਿਪ ਇਸ ਵੇਲੇ ਹੈਗੀ ਹੈ, ਇਹਨਾਂ ਦੇ ਪ੍ਰੋਗਰਾਮ ਤੇ ਸਿਰਫ ਆਪਣੇ ਰਾਜ ਭਾਗ ਤੱਕ ਨੇ। ਰਾਜ ਭਾਗ ਮਿਲੇ, ਆਨੰਦ ਮਿਲੇ, ਸਰਕਾਰਾਂ ਬਣਨ, ਮੌਜ ਮੇਲਾ, ਇਹ ਸਾਰੀਆਂ ਪਾਰਟੀਆਂ ਦਾ ਇੱਕੋ ਹੀ ਏਜੰਡਾ ਮੈਨੂੰ ਨਜ਼ਰ ਆ ਰਿਹਾ। ਕਿਸੇ ਪਾਰਟੀ ਦਾ ਇਸ ਤੋਂ ਇਲਾਵਾ ਹੋਰ ਕੋਈ ਏਜੰਡਾ ਨਹੀਂ, ਸਿਰਫ ਇਹੋ ਏਜੰਡਾ ਹੈ ਕਿ ਰਾਜ ਭਾਗ ਦਾ ਆਨੰਦ ਲਿਆ ਜਾਏ। ਜੀ, ਥੈਂਕ ਯੂ ਵੈਰੀ ਮਚ। ਪ੍ਰਾਸ਼ੀ ਜੀ, ਤੁਸੀਂ ਆਪਣਾ ਕਮੈਂਟ ਕਰਨਾ ਚਾਹੁੰਦੇ ਸੀ, ਪਰ ਮੈਂ ਵੀ ਇੱਕ ਸਵਾਲ ਜਿਹੜਾ ਤੁਹਾਡੇ ਕੋਲੋਂ ਲੈ ਰਿਹਾ ਹਾਂ। ਸਮੁੱਚੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੀ ਸਥਿਤੀ ਕਿਹੋ ਜਿਹੀ ਹੈ? ਕਿਸੇ 'ਚ ਕੋਈ ਸਮੱਸਿਆ ਹੈ, ਕਿਸੇ 'ਚ ਕੋਈ ਸਮੱਸਿਆ ਹੈ? ਜਗਤਾਰ ਜੀ, ਮੈਂ ਹੱਲੇ ਵੀ ਆਪਣੀ ਉਸੇ ਗੱਲ ਤੇ ਕਾਇਮ ਹੈ ਕਿ ਅਕਾਲੀ ਦਲ ਤੇ ਬਸਪਾ ਜਿਹੜਾ ਸਿਆਸੀ ਸਮਝੌਤਾ ਹੋਇਆ ਹੈ, ਉਹ ਭਾਜਪਾ ਦੇ ਆਸ਼ੀਰਵਾਦ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਦੇਖੋ, ਇਸ ਵੇਲੇ ਦੇਖਿਆ ਜਾਏ, ਤੁਸੀਂ ਆਪਾਂ ਇਹਨੂੰ
ਭਾਜਪਾ ਦੇ ਐਂਗਲ ਤੋਂ ਦੇਖੋ ਪੰਜਾਬ ਦੇ ਹਾਲਾਤ ਕੀ ਹੈ। ਭਾਜਪਾ ਦਾ ਡਿਕਲੇਅਰਡ ਏਮ ਹੈ ਕਾਂਗਰਸ ਮੁਕਤ ਭਾਰਤ ਬਣਾਉਣਾ। ਉਹਨਾਂ ਦਾ ਐਨੇਮੀ ਨੰਬਰ 1 ਹੈ ਕਾਂਗਰਸ ਪਾਰਟੀ। ਉਹ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਕੇ ਬੈਸਟ ਤਰੀਕਾ ਇਹ ਹੈ ਕਿ ਅਕਾਲੀ ਦਲ ਤੇ ਬਸਪਾ ਦੀ ਵੋਟ ਨੂੰ ਇਕੱਠਾ ਕਰ ਦਿਓ, ਔਰ ਤਾਂ ਕਿ ਜਿਹੜਾ ਹੈ ਵੋਟਾਂ ਜਿਹੜੀਆਂ ਉਹਨਾਂ ਨੂੰ ਜਾਣੀਆਂ ਸੀ, ਜਿਹੜੇ ਕਾਂਗਰਸ ਦੇ ਹਿੱਸੇ ਜਾਂਦੀਆਂ ਸੀ, ਉਹ ਉਹਨਾਂ ਤੋਂ ਟੁੱਟ ਕੇ ਦੂਜੇ ਪਾਸੇ ਆ ਜਾਣ। ਇਹਦਾ ਨੁਕਸਾਨ ਸਿੱਧਾ ਕਾਂਗਰਸ ਪਾਰਟੀ ਨੂੰ ਹੁੰਦਾ ਹੈ, ਔਰ ਜਿਹੜਾ ਮਾੜਾ ਮੋਟਾ ਹਿਸਾਬ ਹੈ ਉਹ ਆਮ ਆਦਮੀ ਪਾਰਟੀ ਨੂੰ ਹੁੰਦਾ ਹੈ। ਸੋ ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਏਗਾ, ਔਰ ਇਹ ਭਾਜਪਾ ਦੇ ਆਸ਼ੀਰਵਾਦ ਤੋਂ ਬਿਨਾਂ ਇਹ ਕੰਮ ਹੋ ਨਹੀਂ ਸੀ ਸਕਦਾ। ਆਪਾਂ ਸਾਰੇ ਜਾਣਦੇ ਹਾਂ ਕਿ ਮਾਇਆਵਤੀ ਜਿਹੜੀ BSP ਸੁਪਰੀਮੋ ਹੈ, ਉਹ ਕਿਵੇਂ ਐਨਫੋਰਸਮੈਂਟ ਡਾਇਰੈਕਟਰ ਤੇ CBI ਦੇ ਕੇਸਾਂ 'ਚ ਘਿਰੀ ਹੋਈ ਹੈ, ਔਰ ਅਗਰ ਅਕਾਲੀ ਦਲ ਨੇ ਜਾ ਕੇ ਉਹਨੂੰ ਮਨਾ ਲਿਆ, ਉਹਨਾਂ ਨੇ ਕਿਤੇ ਜ਼ਰੂਰ ਭਾਜਪਾ ਦੀ ਲੀਡਰਸ਼ਿਪ ਨੇ ਵੀ ਸਮਝੌਤੇ ਲਿਆਉਣਾ ਹੈ ਕਿ ਜੀ ਅੱਛਾ ਜੀ ਤੁਹਾਡੇ ਨਾਲ ਤਾਂ ਨਹੀਂ ਬਣਦਾ, ਆਪਾਂ ਬਸਪਾ ਨਾਲ ਕਰਕੇ ਕਾਂਗਰਸ ਤੁਹਾਡਾ ਵੀ ਦੁਸ਼ਮਣ ਹੈ, ਸਾਡੀ ਵੀ ਦੁਸ਼ਮਣ ਜਮਾਤ ਹੈ, ਤੇ ਆਪਾਂ ਇਹਨੂੰ ਨੁਕਸਾਨ ਪਹੁੰਚਾਈਏ। ਤਾਂ ਇਸ ਕਰਕੇ ਇਹ ਗੱਡੀ ਕੇ ਚੱਲ ਰਹੀ ਹੈ। ਤੀਜੇ ਪਾਸੇ ਇਹ ਹੈ ਕਿ ਹੁਣ ਬਾਕੀ ਸਿਆਸੀ ਪਾਰਟੀਆਂ ਦੀ ਪੰਜਾਬ ਦੇ ਵਿੱਚ ਕੀ ਹਾਲਾਤ ਹੈ। ਹਰ ਪਾਰਟੀ ਦਾ ਆਪਣਾ ਇਸ਼ੂ ਹੈ। ਦੇਖੋ, ਅਗਰ ਆਮ ਆਦਮੀ ਪਾਰਟੀ ਤੋਂ ਸ਼ੁਰੂ ਕਰੀਏ ਤਾਂ ਪਿਛਲੇ 4 ਸਾਲਾਂ ਵਿੱਚ ਜਿਸ ਤਰ੍ਹਾਂ ਇਹ ਖੇਰੀ ਖੋਰੀ ਹੋਈ ਹੈ, ਜਿਸ ਤਰ੍ਹਾਂ ਢਹਿੰਦੀ ਕਲਾਂ ਚਾਹੀ ਹੈ, ਉਹ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਇਹਨਾਂ ਦੇ MP ਟੁੱਟ ਗਏ, MLA ਟੁੱਟ ਗਏ, ਕੋਈ ਕਿਤੇ ਚਲੇ ਗਿਆ, ਕੋਈ ਕਿਤੇ ਚਲੇ ਗਿਆ। ਜਿਹੜੇ ਵਿਚਾਰੇ ਰਹਿ ਗਏ ਹੈ ਉਹ ਵੀ ਕੋਈ ਰਾਹ ਰਸਤਾ ਲੱਭ ਰਹੇ ਆ। ਅਗਰ ਕਾਂਗਰਸ ਪਾਰਟੀ ਐਕਸੈਪਟ ਕਰੇ ਤਾਂ ਇਹ ਵੀ ਉੱਥੋਂ ਨੂੰ ਚਲੇ ਜਾਣਗੇ। ਇਹ ਮੇਰਾ ਕਹਿਣਾ, ਸਾਰੇ ਨਹੀਂ ਤਾਂ ਮੈਜੋਰਟੀ ਆਫ ਜਾ ਸਕਦੇ ਹੈ। ਦੂਜੇ ਪਾਸੇ ਭਾਜਪਾ ਦਾ ਦੇਖ ਲਈਏ, ਪੰਜਾਬ ਦੇ ਵਿੱਚ ਭਾਜਪਾ ਦਾ ਨਾਂ ਲੇਵਾ ਜਿਹੜਾ ਹੈ ਉਹਨੂੰ ਅੱਜ ਕੱਲ੍ਹ ਛਿੱਤਰ ਪੈਂਦੇ ਹੈ, ਉਹ ਕਿਤੇ ਓਪਨਲੀ ਕਿਤੇ ਨਿਕਲ ਨਹੀਂ ਸਕਦੇ। ਤਾਂ ਇਸ ਕਰਕੇ ਸਿਰਫ ਅਕਾਲੀ ਦਲ ਬਸਪਾ ਹੀ ਜਿਹੜੀ ਹੈ ਮਾੜੀ ਮੋਟੀ ਇਕੱਠੀ ਹੋ ਕੇ ਇੱਥੇ ਕੋਈ ਮੁਕਾਬਲਾ ਕਰ ਸਕਦੀ ਹੈ। ਕਾਂਗਰਸ ਪਾਰਟੀ ਨੰਬਰ 1 ਤੇ ਰਹਿੰਦੀ ਹੈ, ਅਕਾਲੀ ਦਲ ਭਾਜਪਾ ਨੰਬਰ 2 ਤੇ ਰਹਿੰਦੀ ਹੈ, ਬਾਕੀ ਪਾਰਟੀਆਂ ਸਾਰੀ ਪਿੱਛੇ ਹੈਗੀਆਂ। ਓਕੇ, ਥੈਂਕ ਯੂ ਪ੍ਰੋਫੈਸਰ ਮਨਜੀਤ ਸਿੰਘ ਜੀ। ਤੁਸੀਂ ਆਪਣਾ ਕਮੈਂਟਸ ਵੀ ਦੇਣਾ ਚਾਹੁੰਦੇ ਸੀ, ਪਰ ਨਾਲ ਹੀ ਮੌਜੂਦਾ ਸਥਿਤੀ ਤੇ ਵੀ ਮੈਂ ਤੁਹਾਡਾ ਕਮੈਂਟਸ ਲੈਣਾ ਚਾਹਾਂਗਾ ਪ੍ਰੋਫੈਸਰ ਸਾਹਿਬ। ਹਾਂ, ਬਿਲਕੁਲ, ਮੈਂ ਬਰੀਫ ਦੇ ਵਿੱਚ ਇਹੀ ਕਹੂੰਗਾ ਕਿ ਜੇ ਇਹੀ ਫੈਸਲਾ ਕਿਤੇ ਮਾਇਆਵਤੀ ਨੂੰ ਸਾਲ ਪਹਿਲਾਂ ਲੈਣਾ ਪੈਂਦਾ ਤੇ ਪ੍ਰਾਸ਼ਰ ਜੀ ਬਿਲਕੁਲ ਠੀਕ ਸੀਗੇ। ਹੋ ਸਕਦਾ ਉਹ ਡਰਦੀ। UP 'ਚ ਚੋਣਾਂ ਆ ਗਈਆਂ, 6 ਮਹੀਨੇ ਰਹਿ ਗਏ ਆ। ਹੁਣ ਜੇ ਕੋਈ ਵੀ ਐਕਸ਼ਨ ਮਾਇਆਵਤੀ ਤੇ ਉਹਦੇ ਕੇਸਾਂ ਕਰਕੇ ਲਿਆ ਜਾਂਦਾ, ਉਹ ਮਾਇਆਵਤੀ ਨੂੰ ਫਾਇਦਾ ਹੋਊਗਾ, ਨੁਕਸਾਨ ਨਹੀਂ ਹੋਊਗਾ। ਇਸ ਲਈ ਇਹ ਤੇ ਗੱਲ ਉਹਨੇ ਵੀ ਬੜਾ ਮੌਕਾ ਐਨ ਚੂਜ਼ ਕਰਕੇ ਇੱਧਰ ਨੂੰ ਆਪਣਾ ਪਾਸਾ ਪਰਤਿਆ। ਔਰ ਤੁਹਾਨੂੰ ਪਤਾ ਸਰ ਮੈਂ ਛੋਟਾ ਜਿਹਾ ਸਵਾਲ, ਕਮੈਂਟਸ ਤੁਸੀਂ ਆਪਣਾ ਕਰੋ, ਤੁਹਾਡੇ ਧਿਆਨ 'ਚ ਹੀ ਲਿਆਉਣਾ ਹੈ। ਜੇ ਕੱਲਾ ਚੋਣਾਂ ਨੂੰ ਮੁੱਖ ਰੱਖ ਕੇ BJP ਫੈਸਲਾ ਲੈਂਦੀ ਹੋਏ ਤਾਂ ਮਮਤਾ ਦੀਆਂ ਜੋ ਗੁੱਡੀਆਂ ਉਹਨਾਂ ਨੇ ਘਮਾਈਆਂ ਬੰਗਾਲ ਦੇ ਵਿੱਚ, ਤੇ ਭਾਜਪਾ ਜਦੋਂ ਫੈਸਲਾ ਲੈਂਦੀ ਹੈ ਮੈਨੂੰ ਲੱਗਦਾ ਚੋਣਾਂ ਜਾਣਾ ਨਹੀਂ ਦੇਖਦੀ। ਇਹ ਠੀਕ ਹੈ, ਨਹੀਂ ਠੀਕ ਹੈ ਤੁਹਾਡੀ ਗੱਲ, ਪਰ ਮੈਂ ਇੱਥੇ ਇਹੀ ਗੱਲ ਕਹਿਣਾ ਕਿ ਇਹ ਨਾਲੇ ਦੂਸਰੀ ਗੱਲ ਤੁਸੀਂ ਇਹ ਦੇਖੋ, ਪਹਿਲੀ ਵਾਰੀ ਨਹੀਂ ਅਕਾਲੀਆਂ ਨੇ ਕੀਤਾ। ਉਹ ਇਹਨਾਂ ਨਾਲ ਸਮਝੌਤਾ ਹੋਏ ਜਾਂ ਨਾ ਹੋਏ, ਉਹ ਅੰਦਰੇ ਖਾਤੇ ਸਾਰਾ ਉਹ ਪਹਿਲਾਂ ਵੀ ਇਹਨਾਂ ਨਾਲ ਗੱਠਜੋੜ ਕਰਦੇ ਰਹੇ ਆ, ਔਰ ਇਹ ਉਸੇ ਗੱਲ ਦੀ ਐਕਸਟੈਂਸ਼ਨ ਇਸ ਵਾਰੀ ਵੀ ਹੈਗੀ ਹੈ। ਪਰ ਉਹਨਾਂ ਕੋਲ ਕੋਈ ਹੋਰ ਚਾਰਾ ਵੀ ਨਹੀਂ ਹੈ। ਮੇਰਾ ਖਿਆਲ ਤੁਸੀਂ ਰੂਰਲ ਏਰੀਏ 'ਚ ਪਰਸੈਂਟੇਜ ਤੇ ਦੇਖੋ ਦਲਿਤਾਂ ਦੀ ਕਿੰਨੀ ਆ, 37%। ਔਰ ਜਿਹੜੇ ਮਜ਼੍ਹਬੀ ਸਿੱਖ ਮਾਝੇ ਦੇ ਖਾਸ ਕਰਕੇ ਵੱਡੀ ਗਿਣਤੀ 'ਚ ਪਹਿਲਾਂ ਹੀ ਪੰਥ ਨਾਲ ਜੁੜੇ ਹੋਏ ਆ। ਹੋਰ ਵੀ ਜਿਹੜੇ ਰਵਿਦਾਸੀਆ ਸਿੱਖ ਜਿਹੜੇ ਸਮੁਦਾਇ ਆ ਉਹ ਵੀ ਜੁੜੇ ਹੋਏ ਆ। ਬਹੁਤ ਸਾਰੇ SGPC ਦੇ ਵਿੱਚ ਤੁਹਾਨੂੰ ਰਵਿਦਾਸੀਆ ਸਿੱਖ ਗ੍ਰੰਥੀ ਸਾਹਿਬਾਨ ਮਿਲ ਜਾਣਗੇ ਤੁਹਾਨੂੰ। ਇਸ ਲਈ ਉਹਨਾਂ ਦਾ ਜਿਹੜਾ ਇੱਕ ਨੈਚੁਰਲ ਅਲਾਈ ਬਣਦਾ ਸੀਗਾ ਉਹ ਉੱਧਰ ਨੂੰ ਟਿਲਟ ਲਿਆ। ਔਰ ਮੈਂ ਇਹ ਵੀ ਦੱਸ ਦਿਆਂ ਕਿ ਜੇ ਤੁਸੀਂ ਸਿੰਪਲ ਪੁਰਾਣੀਆਂ ਇਲੈਕਸ਼ਨਾਂ ਦੇ ਪਰਸੈਂਟੇਜ ਦੇ ਵਿੱਚ ਦੇਖੋ ਜੀ, ਜਿਹੜੀ BSP ਤੋਂ 1.5% ਜਾਂ 2% ਹੀ ਵੋਟਾਂ ਮਿਲੀਆਂ, ਉਹਨਾਂ ਦੀਆਂ ਤੇ ਵੋਟਾਂ ਬੜੀਆਂ ਘੱਟ, ਉਹਦੇ ਨਾਲ ਜੋੜ ਕੇ ਕੀ ਇੰਜ ਨਹੀਂ ਹੁੰਦਾ। ਜਿਹੜੀ ਉਮੀਦ ਜਾਗਦੀ ਹੈ, ਜਿਹੜਾ ਇੱਕ ਯੂਫੋਰੀਆ ਬਣਦਾ, ਜਿਹੜਾ ਜੋਸ਼ ਲੋਕਾਂ 'ਚ ਬਣਦਾ, ਅੱਛਾ ਜੀ ਅਸੀਂ ਸਾਰੇ ਪਿੰਡੂ 37% ਜਿਹੜੀ ਦਲਿਤ ਵੋਟ ਪਿੰਡਾਂ ਦੇ ਵਿੱਚ ਹੈਗੀ ਆ, ਥੋੜੀ ਨਹੀਂ ਹੈਗੀ। ਔਰ ਇੱਧਰੋਂ ਅਕਾਲੀਆਂ ਦੀ ਵੀ ਇੰਨੀ, ਪਿਛਲੀ ਵਾਰੀ ਵੀ 25% ਵੋਟਾਂ ਇੰਨੀ ਐਂਟੀ ਇਨਕੰਬੈਂਸੀ ਹੋਣ ਦੇ ਬਾਵਜੂਦ ਅਕਾਲੀ ਲੈ ਗਏ ਸੀ, ਜਾਨੀ ਇੰਨੀ ਵਿਰੋਧਤਾ। ਉਹਦੇ ਵਿੱਚ ਜੇ 5-7% ਵੀ ਹੋਰ ਲੈਂਦੇ ਆ ਤੇ ਕਾਫੀ ਇੱਕ ਆਪਣਾ ਵੱਡਾ ਇੱਕ ਚੰਕ ਸੀਟਾਂ ਦਾ ਵੀ ਉਹਨੂੰ ਕਨਵਰਟ ਕਰ ਸਕਦੇ ਆ। ਹਾਂ, ਬਿਲਕੁਲ ਬਿਲਕੁਲ। ਇੱਥੋਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਓ ਕਿ ਜਿਹੜਾ ਬੂਸਟ ਮਿਲਿਆ, ਕੱਲਾ ਪਰਸੈਂਟੇਜ ਨਹੀਂ, ਉਹਦਾ ਕਿਊਮੂਲੇਟਿਵ ਇਫੈਕਟ ਹੁੰਦਾ, ਬੂਸਟਰ ਇਫੈਕਟ ਹੁੰਦਾ। ਦੋਵੇਂ ਪਾਸਿਓਂ ਜਿੱਤ ਗਏ ਔਰ ਲੋਕ ਵੋਟਾਂ ਉਧਰ ਨੂੰ ਪਾਉਣੀਆਂ ਚਾਹੁੰਦੇ ਹੁੰਦੇ ਜਿੱਧਰ ਇਹ ਹਵਾ ਚੱਲਣ ਲੱਗ ਜਾਏ ਕਿ ਇਹ ਆ
ਆ ਗਏ ਜਿੱਤ ਗਏ। ਇਸ ਲਈ ਮੈਨੂੰ ਲੱਗਦਾ ਇੱਕ ਤੇ ਉਹ ਹੈਗੀ ਆ ਜਿਹੜਾ ਜਨਰਲ ਸਿਨੈਰੀਓ ਆ ਬੜਾ ਹਰਕਮਲ ਜੀ ਵੀ ਕਹਿ ਰਹੇ ਆ ਉਹ ਕਾਫੀ ਡਿਪਰੈਸਿੰਗ ਹੈਗਾ ਆ। ਕੋਈ ਲੋਕਾਂ ਨੂੰ ਉਮੀਦ ਨਹੀਂ ਬਣਦੀ। ਮੈਂ ਤੇ ਇੱਕੋ ਲੋਕਾਂ ਨੂੰ ਆਪਣੇ ਵੀਰਾਂ ਭੈਣਾਂ ਭਰਾਵਾਂ ਨੂੰ ਕਿਸਾਨਾਂ ਤੋਂ ਸਿੱਖ ਕੇ ਇਹ ਕਹਿ ਰਿਹਾ ਕਿ ਜਿਹੜਾ ਵੀ ਪਾਰਟੀ ਵਾਲਾ ਤੁਹਾਡੇ ਕੋਲ ਵੋਟ ਮੰਗਣ ਆਉਂਦਾ ਉਹਨਾਂ ਨੂੰ ਸਿੱਧਾ ਕਹੋ ਕਿ ਜਵਾਬ ਦਿਓ, ਹਿਸਾਬ ਦਿਓ। ਸਾਡੀਆਂ ਆਹ ਗੱਲਾਂ ਦਾ ਤੁਸੀਂ ਪਿਛਲੀ ਵਾਰੀ ਵਾਅਦਾ ਕਰਕੇ ਗਏ ਸੀ ਜਾਂ ਉਦੋਂ ਪਹਿਲਾਂ ਸਾਰੀ ਉਮਰ ਕਰਦੇ ਰਹੇ ਹੋ, ਇਹਨਾਂ ਗੱਲਾਂ ਦਾ ਜਵਾਬ ਦਿਓ ਔਰ ਸਾਨੂੰ ਹਿਸਾਬ ਦੇ ਕੇ ਜਾਓ। ਇਹ ਗੱਲਾਂ ਉੱਥੇ ਇਸ ਵੇਲੇ ਕੱਲੇ ਬੰਦੇ ਨੂੰ ਇਹਨਾਂ ਪਾਰਟੀਆਂ ਤੋਂ ਪੁੱਛਣਾ ਚਾਹੀਦਾ ਕਿ ਨਵੀਂ ਥੱਲਿਓ ਮੂਵਮੈਂਟ ਜਿਹੜੀ ਆ ਉਹ ਜ਼ਰੂਰ ਉੱਠਣੀ ਚਾਹੀਦੀ ਹੈਗੀ। ਥੈਂਕ ਯੂ ਪ੍ਰੋਫੈਸਰ ਹਰਕਮਲ ਜੀ। ਲਾਸਟ ਕਮੈਂਟ ਇਸ ਮੁੱਦੇ ਤੇ, ਕਿਉਂਕਿ ਪ੍ਰੋਫੈਸਰ ਮਨਜੀਤ ਸਿੰਘ ਨੇ ਬੜਾ ਜ਼ੋਰ ਦੇ ਕੇ ਗੱਲ ਕਹੀ ਹੈ ਕਿ ਅਕਾਲੀ ਦਲ ਬਸਪਾ ਦਾ ਜੋ ਸਮਝੌਤਾ ਹੈ ਉਹਦੇ ਨਾਲ ਕਾਫੀ ਵੱਡਾ ਹਲਾਰਾ, ਖਾਸ ਤੌਰ ਤੇ ਜਿਹੜੀ ਦਲਿਤ ਆਪਾਂ ਵੋਟ ਦੀ ਗੱਲ ਕਰਦੇ ਹਾਂ ਤਾਂ ਅਕਾਲੀ ਦਲ ਦਾ ਵੀ ਜਿਹੜਾ ਵੋਟ ਬੈਂਕ ਹੈ ਰੂਰਲ ਹੈ, ਪੇਂਡੂ ਹੈ। ਸਹਿਮਤ ਹੋ ਤੁਸੀਂ ਇਸ ਗੱਲ ਨਾਲ ਜਾਂ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ? ਨਹੀਂ ਬਿਲਕੁਲ ਮੈਂ ਸਹਿਮਤ ਹਾਂ। ਰੀਜ਼ਨ ਬੀਇੰਗ ਜਿਹੜੀ ਉਹ ਗੱਲ ਕਹਿ ਰਹੇ ਨੇ ਨਾ ਪ੍ਰੋਫੈਸਰ, ਬਿਲਕੁਲ ਉਹ ਬੜੀ ਮੀਨਿੰਗਫੁਲ ਹੈ ਕਿ ਤੁਸੀਂ ਦੇਖੋ ਰੂਰਲ ਏਰੀਆ 'ਚ ਉਹਨਾਂ ਦਾ 37% ਵੋਟ ਬੈਂਕ ਹੈ ਦਲਿਤ ਦਾ, ਔਰ ਉਹ ਬਹੁਤ ਮੈਟਰ ਕਰੇਗਾ। ਅਕਾਲੀਆਂ ਨੂੰ ਉਹਦੀ ਬਹੁਤ ਵੱਡੀ ਐਡਵਾਂਟੇਜ ਮਿਲ ਸਕਦੀ ਹੈ। ਐਤਕੀ ਸਭ ਨੂੰ ਪਤਾ ਹੋਏਗਾ ਕਿ ਬੀਐਸਪੀ ਕੋਈ ਮਹਿਜ਼ ਇੱਕ ਜਸਟ ਇਲੈਕਸ਼ਨ ਲੜਨ ਲਈ ਮੈਦਾਨ 'ਚ ਨਹੀਂ ਹੈਗੀ। ਐਤਕੀ ਜਿਹੜੇ ਦਲਿਤ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਬੀਐਸਪੀ ਜਿੱਤਣ ਲਈ ਆਈ ਹੈ, ਉਹਨਾਂ ਨੂੰ ਸਪੋਰਟ ਮਿਲੇਗੀ। ਔਰ ਤੁਸੀਂ ਦੇਖੋਗੇ ਕਿ ਐਤਕੀ ਉਹਨਾਂ ਦਾ ਵੋਟ ਪਰਸੈਂਟੇਜ ਕਿੰਨਾ ਉੱਪਰ ਜਾਏਗਾ। ਜਿਵੇਂ ਪਹਿਲਾਂ ਕਿਸੇ ਜ਼ਮਾਨੇ 'ਚ 8% 12% ਤੱਕ ਵੀ ਜਾਂਦਾ ਰਿਹਾ, ਤੁਸੀਂ ਦੇਖੋਗੇ ਉਹ ਜਿਹਾ ਵੋਟ ਪਰਸੈਂਟ ਉਹਨਾਂ ਨੂੰ ਮਿਲੇਗਾ। ਔਰ ਜਿਵੇਂ ਪ੍ਰੋਫੈਸਰ ਨੇ ਕਿਹਾ ਹੈਗਾ ਕਿ ਜੇ ਅਕਾਲੀਆਂ ਨੂੰ ਐਕਸਟਰਾ ਵੋਟ 5-7% ਮਿਲਦਾ ਹੈ, ਉਹਦੇ ਨਾਲ ਉਹਨਾਂ ਨੂੰ ਨੈਚੁਰਲੀ ਉਹਦਾ ਬਹੁਤ ਵੱਡਾ ਫਾਇਦਾ ਹੋਏਗਾ, ਉਹਦੀ ਬਹੁਤ ਵੱਡੀ ਐਡਵਾਂਟੇਜ ਹੋਏਗੀ। ਇੱਕ ਗੱਲ ਬੜੀ ਸਪਸ਼ਟ ਹੈ ਕਿ ਬੀਐਸਪੀ ਦੇ ਨਾਲ ਮਿਲਣ ਦੇ ਨਾਲ ਅੱਜ ਅਕਾਲੀ ਦਲ ਕਾਂਗਰਸ ਦੇ ਬਰਾਬਰ ਖੜਾ ਹੋ ਗਿਆ ਆ ਕੇ, ਜਦੋਂ ਕਿ ਪਹਿਲਾਂ ਬਿਲਕੁਲ ਇਹ ਸਮਝਿਆ ਜਾ ਰਿਹਾ ਸੀ ਕਿ ਕੋਈ ਆਪਸ 'ਚ ਕੰਪੈਰੀਜ਼ਨ ਨਹੀਂ ਹੈਗਾ। ਅੱਜ ਉਹ ਬਿਲਕੁਲ ਬਰਾਬਰ ਖੜੇ ਹੋ ਗਏ ਨੇ ਆ ਕੇ, ਔਰ ਬੜਾ ਨਜ਼ਰ ਆ ਰਿਹਾ ਸਪਸ਼ਟ ਕਿ ਨੈਕਸਟ ਇਲੈਕਸ਼ਨ ਦੇ ਵਿੱਚ ਇਹ ਦੋ ਪਾਰਟੀਆਂ ਮੇਨ ਆਪਸ 'ਚ ਲੜਨਗੀਆਂ। ਬਾਕੀ ਤੇ ਸ਼ਾਇਦ ਚਲੋ ਜੋ ਵੀ ਹੋਣਗੀਆਂ ਉਹ ਪਿੱਛੇ ਹੋਣਗੀਆਂ, ਲੇਕਿਨ ਮੇਨ ਟੱਕਰ ਇਹਨਾਂ ਦੋ ਪਾਰਟੀਆਂ ਦੀ ਹੋਏਗੀ। ਜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਇਹਨਾਂ ਮੁੱਦਿਆਂ ਤੇ ਆਉਣ ਲਈ ਹਰਕਮਲ ਜੀ, ਪ੍ਰੋਫੈਸਰ ਮਨਜੀਤ ਸਿੰਘ ਪ੍ਰਾਸ਼ਰ ਜੀ ਬਹੁਤ ਧੰਨਵਾਦ। ਜਿੱਦਾਂ ਮੈਂ ਹਮੇਸ਼ਾ ਇਹ ਕਹਿਣਾ ਹੈ, ਜਿਸ ਦਿਨ ਜਿਹੜਾ ਹੈਗਾ ਜਰਨਲਿਸਟ ਤੇ ਬੁੱਧੀਜੀਵੀ ਡਿਬੇਟ 'ਚ ਮੇਰੀ ਬੇਨਤੀ ਪ੍ਰਵਾਨ ਕਰਕੇ ਆਉਂਦੇ ਹੈ, ਨਜ਼ਰੀਆ ਦੀ ਡਿਬੇਟ, ਮੀਡੀਆ ਦੀਆਂ ਨਜ਼ਰਾਂ, ਪੰਜਾਬ ਦੀ ਸੱਚ ਦੀ ਪੇਸ਼ਕਾਰੀ, ਉਪਰਾਲਾ ਆਪਣੇ ਦਰਸ਼ਕਾਂ ਅੱਗੇ ਪੰਜਾਬ ਦਾ ਸੱਚ ਪਰੋਸਿਆ ਜਾਵੇ। ਉਮੀਦ ਹੈ ਦਰਸ਼ਕਾਂ ਨੂੰ ਵੀ ਹਮੇਸ਼ਾ ਦੀ ਤਰ੍ਹਾਂ ਪਸੰਦ ਆਏਗਾ। ਇਸ ਦੇ ਨਾਲ ਹੀ ਮੈਂ ਵੀ ਤੁਹਾਡੇ ਕੋਲੋਂ ਲਵਾਂਗਾ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।